ਸੁਖਬੀਰ ਸਿੰਘ ਨੂੰ ਆਪਣੀ ਚਿੰਤਾ ਹੋ ਗਈ ਸੀ ਕਿ ਆਪਣਾ ਇਹ ਤਾਂ ਬਹੁਤ ਅੱਗੇ ਨਿਕਲਦਾ ਜਾ ਰਿਹਾ। ਉਹ ਕਿਸ ਤਰੀਕੇ ਨਾਲ ਹਾਲਾਤ ਬਣਾਏ ਉਹਨੇ, ਸਾਰੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਆਪਾਂ ਸਾਰੇ ਹੀ ਜਾਣਦੇ ਹਾਂ। ਮੈਂ ਇੱਕ ਚੀਜ਼ ਦੇਖੀ ਹੈ ਆਪਣਾ ਮਨਜੀਤ ਸਿੰਘ ਜੀ ਔਰ ਬਾਦਲ ਦਲ ਦੇ ਵਿੱਚ ਕਿ ਉਹ ਜਦੋਂ ਕੋਈ ਉਹਨਾਂ ਸਾਹਮਣੇ ਲੀਡਰ ਬੈਠਾ ਹੋਏ ਨਾ, ਉਹ ਉੱਥੇ ਬਸ ਥੱਲੇ ਹੀ ਲੱਗ ਜਾਂਦੇ, ਲੰਮੇ ਹੀ ਪੈ ਜਾਂਦੇ ਉਹਨਾਂ ਦੇ। ਅਸੀਂ ਕਿੰਨਾ ਸਮਾਂ ਖਰਾਬ ਕਰਤਾ। ਉੱਥੇ ਉਹਨੇ ਧੀਆਂ ਨੂੰ ਜਾ ਕੇ ਛੱਡ ਕੇ ਆਏ ਆ ਆਪਣਾ ਕਸ਼ਮੀਰ ਦੇ ਵਿੱਚ, ਬਰਦੀ ਅੱਗ ਦੇ ਵਿੱਚ, ਕਰੋਨਾ ਦੇ ਟਾਈਮ ਤੇ ਜਿੱਥੇ ਪੁਲਵਾਮਾ ਹੋਇਆ ਸੀ। ਜਦੋਂ ਉਦੋਂ ਸਾਡੇ ਸਿੰਘ ਗਏ ਨੇ, ਹਰਮਿੰਦਰ ਸਿੰਘ ਗਿੱਲ ਗਿਆ, ਬਬਲੂ ਗਿਆ, ਹੋਰ ਆਪਣਾ 2-3 ਸਿੰਘ ਸੀ ਨਾਲ ਹੋ ਗਏ, ਇੱਕ ਨੌਨ ਸਿੱਖ ਵੀ ਨਾਲ ਗਿਆ। ਉਹਨੇ ਉੱਥੇ ਛੱਡ ਕੇ ਆ ਰਹੇ ਆ, ਔਰ ਤੂੰ ਇੱਕਦਮ ਕਹਿਣਾ ਕਿ ਉਹ ਇਮਾਮਾਂ ਨੂੰ, ਕਹਿਣਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ। ਉਹ ਅਸੀਂ ਬਣਾਉਣ ਨੂੰ ਸਮਾਂ ਲੱਗਦਾ, ਤੂੰ ਤਾਂ ਵਿਗਾੜਨ ਨੂੰ 1 ਮਿੰਟ ਲਾ ਰਿਹਾ। ਕਮਾਲ ਦੀ ਗੱਲ ਹੈ ਕਿ ਇੱਕ ਦਿੱਲੀ ਕਮੇਟੀ ਦੇ ਇਲੈਕਸ਼ਨਾਂ ਵਾਸਤੇ ਤੁਸੀਂ ਕਿੱਦਾਂ ਲਿਲੜੀਆਂ ਕੱਢ ਰਹੇ ਹੋ ਕਿ ਸਾਨੂੰ ਵੋਟਾਂ ਮਿਲ ਜਾਣ। ਜਥੇਦਾਰ ਸੰਤੋਖ ਸਿੰਘ ਨੇ ਤਾਂ ਕੰਮ ਕੀਤੇ ਜਿਹੜੇ ਸੀ, ਸਾਨੂੰ ਪਤਾ ਹੈ, ਜਿਹੜੇ ਸਰ ਨੇ ਕੀਤੇ ਸਾਨੂੰ ਪਤਾ ਵੀ ਕੁਛ ਦਿੱਤਾ ਉਹਨਾਂ ਨੇ ਕੌਮ ਨੂੰ। ਇਹਨਾਂ ਨੇ ਦੋਨਾਂ ਨੇ ਆ ਕੇ ਕੀ ਸਾਨੂੰ ਦਿੱਤਾ ਇਸ ਟਾਈਮ? ਇਹਨੂੰ ਕੀ ਕਿਹਾ ਜਾ ਸਕਦਾ? ਮੂਰਖ ਨਹੀਂ, ਮਹਾ ਮੂਰਖ ਕਿਹਾ ਜਾਂਦਾ ਇਹਨੂੰ, ਜਿਹੜਾ ਬੰਦਾ ਇੱਕ ਸਿਸਟਮ ਨੂੰ ਖਰਾਬ ਕਰ ਰਿਹਾ। ਉਹ ਤੇਰੇ ਗੁਰਦੁਆਰੇ ਦਾ ਤੂੰ ਪ੍ਰਧਾਨ ਹੈ, ਨਾਲ ਤੇਰੇ ਸਕੂਲ ਹੈ, ਤੈਨੂੰ ਇੰਨੀ ਵੀ ਖਬਰ ਨਹੀਂ ਹੈਗੀ ਕਿ ਮੇਰਾ ਸਕੂਲ ਕਿੱਥੇ ਜਾ ਰਿਹਾ, ਕਿ ਮੈਂ ਕੀ ਕਰ ਰਿਹਾ। ਵੋਟਾਂ ਲੈਣ ਵਾਸਤੇ ਲਿਲੜੀਆਂ ਕੱਢ ਰਹੇ ਨੇ। ਕਿ ਸਰ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਤੁਸੀਂ ਏਦਾਂ ਕਰਨਾ ਕਿ ਆਪਣਾ ਆਪਣੇ ਹਿਸਾਬ ਨਾਲ ਚਲਾਉਣਾ। ਤੁਸੀਂ ਇਹੋ ਜਿਹੇ ਬੰਦੇ ਨੂੰ ਜੜ ਤੋਂ ਖਾੜ ਕੇ ਸੁੱਟ ਦੇਣਾ ਚਾਹੀਦਾ, ਜਿਨ੍ਹਾਂ ਦੇ ਪੱਲੇ ਕੱਖ ਹੈ ਹੀ ਨਹੀਂ, ਕੋਈ ਗੁਰੂ ਪੰਥ ਦੀ ਸੋਚ ਹੀ ਨਹੀਂ ਹੈਗੀ। ਇਹਨੇ ਇੱਕ ਵੀ ਕਦੀ ਸ਼ਬਦ ਬੋਲਿਆ ਗੁਰੂ ਪੰਥ ਵਾਸਤੇ? ਤੇਰੇ ਜੋ ਦਫ਼ਤਰ ਦੇ ਵਿੱਚ ਜੋ ਹੁੰਦਾ ਰਿਹਾ, ਮੈਨੂੰ ਪਤਾ ਕੀ ਕਰਦੇ ਰਹੇ ਤੁਸੀਂ। ਉੱਥੇ ਜਾ ਕੇ ਸ਼ਰਾਬਾਂ ਪੀ ਕੇ ਤੁਸੀਂ ਬੈਠੇ ਹੁੰਦੇ, ਜਾ ਕੇ ਤੁਸੀਂ ਆਪ ਤੀਜੇ ਕਮਰੇ 'ਚ ਵੜ ਕੇ ਬੈਠਾ ਹੁੰਦਾ। ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਹੀਂ ਕਿਛ ਕਰ ਹਮ ਸਾਕੇ, ਜਿਉ ਭਾਵੇਂ ਤਿਉ ਬਖਸ਼। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਕੌਮ ਗੁਰੂ ਪੰਥ ਖਾਲਸਾ ਜੀ, ਅੱਜ ਆਪਾਂ ਸਾਰੇ ਇੱਥੇ ਹੀ ਸਾਡੇ ਜਿਨ੍ਹਾਂ ਦਾ ਨਾਂ ਲੈਂਦੇ ਨਾ ਰੁੱਗ ਭਰ ਜਾਂਦਾ। ਜਿੱਦਾਂ ਕੋਈ ਨਾਮ ਸੁਣਦੇ ਜਥੇਦਾਰ ਦਾ, ਤਾਂ ਜਥੇਦਾਰ ਸੰਤੋਖ ਸਿੰਘ ਜੀ ਦਿੱਲੀ ਦੇ ਵਿੱਚ ਕੋਈ ਹੋਏ ਨੇ, ਤਾਂ ਉੱਦਾਂ ਤੇ ਅਵਤਾਰ ਸਿੰਘ ਜਥੇਦਾਰ ਵੀ, ਹਿੱਤ ਸਾਹਿਬ ਵੀ ਹੋਏ ਨੇ, ਪਰ ਉਹ ਅਵਤਾਰ ਸਿੰਘ ਹਿੱਤ ਹੀ ਚੱਲਦਾ ਰਹਿ ਗਿਆ, ਜਥੇਦਾਰ ਹਟ ਗਿਆ ਉੱਤੋਂ। ਅਗਰ ਕੋਈ ਜਥੇਦਾਰ ਦਾ ਨਾਮ ਚੱਲਦਾ ਤੇ ਉਹ ਸੰਤੋਖ ਸਿੰਘ। ਵੈਸੇ ਸਾਡੇ ਇਲਾਕੇ 'ਚ ਜਿਹੜਾ ਜਥੇਦਾਰ ਦਾ ਨਾਮ ਚੱਲਦਾ ਸਰਦਾਰ ਮਾਨ ਸਿੰਘ ਜੀ, ਉਹਨਾਂ ਨੂੰ ਹਮੇਸ਼ਾ ਜਥੇਦਾਰ ਕਰਕੇ। ਤੇ ਸਾਨੂੰ ਬੜਾ ਫਖਰ ਹੈ ਕਿ ਅੱਜ ਆਪਾਂ ਇਕੱਠੇ ਹੋਏ ਹਾਂ, ਕਿਉਂਕਿ ਜਥੇਦਾਰ ਸੰਤੋਖ ਸਿੰਘ ਜੀ ਦੀ ਜਿਹੜੀ ਦੇਣ ਹੈ ਕੌਮ ਨੂੰ, ਦਿੱਲੀ ਦੇ ਸਿੱਖਾਂ ਨੂੰ, ਉਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਚਾਹੇ ਉਹ ਕੋਤਵਾਲੀ ਦਾ ਕੰਮ ਹੋਏ, ਚਾਹੇ ਸਕੂਲਾਂ ਦਾ GHS ਦਾ, ਜਾਂ ਜਿਹੜੀਆਂ ਜ਼ਮੀਨਾਂ ਸੀ ਆਪਣੀਆਂ ਬਾਲਾ ਸਾਹਿਬ ਦੀ ਜ਼ਮੀਨ ਹੋ ਗਈ, ਜਾਂ ਹੋਰ ਜਿਹੜੀਆਂ ਜ਼ਮੀਨਾਂ, ਬਹੁਤ ਸਾਰੇ ਜਿਹੜੇ ਕੰਮ ਉਹਨਾਂ ਨੇ ਕੀਤੇ, ਉਹਨਾਂ ਨੂੰ ਅਸੀਂ ਨਮਸਕਾਰ ਵੀ ਕਰਦੇ ਹਾਂ। ਤੇ ਜਥੇਦਾਰ ਮਨਜੀਤ ਸਿੰਘ ਜੀ ਜੋ ਅੱਜ ਇਹਨਾਂ ਨੇ ਬੇੜਾ ਚੁੱਕਿਆ ਹੋਇਆ, ਕਿਸੇ ਟਾਈਮ ਇਹ ਵੀ ਬਾਦਲ ਦਲ ਦੇ ਨਾਲ ਸਨ, ਪਰ ਇੱਕ ਮਿਆਂ 'ਚ 2 ਤਲਵਾਰਾਂ ਨਹੀਂ ਪੈ ਸਕਦੀਆਂ। ਸੁਖਬੀਰ ਸਿੰਘ ਨੂੰ ਆਪਣੀ ਚਿੰਤਾ ਹੋ ਗਈ ਸੀ ਕਿ ਆਪਣਾ ਇਹ ਤਾਂ ਬਹੁਤ ਅੱਗੇ ਨਿਕਲਦਾ ਜਾ ਰਿਹਾ। ਉਹ ਕਿਸ ਤਰੀਕੇ ਨਾਲ ਹਾਲਾਤ ਬਣਾਏ ਉਹਨੇ, ਸਾਰੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਆਪਾਂ ਸਾਰੇ ਹੀ ਜਾਣਦੇ ਹਾਂ। ਸੋ ਸਾਨੂੰ ਮਾਣ ਹੋਣਾ ਚਾਹੀਦਾ ਕਿ ਦਿੱਲੀ ਦੇ ਵਿੱਚ ਅਗਰ ਕੋਈ ਜਥੇਦਾਰੀ ਕੀਤੀ ਹੈ, ਜਥੇਦਾਰ ਸੰਤੋਖ ਸਿੰਘ ਜੀ ਨੇ ਕੀਤੀ ਹੈ, ਔਰ ਬੜੇ ਦਬੰਗ ਤਰੀਕੇ ਨਾਲ ਕੀਤੀ ਹੈ। ਔਰ ਉਸ ਵਕਤ ਕਾਂਗਰਸ ਦੇ ਕੋਲੋਂ ਜਿਹੜੇ ਕੰਮ ਲੈਣੇ ਸੀ ਉਹ ਕੰਮ ਲਏ ਉਹਨਾਂ ਨੇ। ਦੇਖੋ, ਸਰਕਾਰਾਂ ਦੇ ਨਾਲ ਮਿਲ ਕੇ ਚੱਲਣਾ ਪਏਗਾ ਸਾਨੂੰ, ਕਿਉਂਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜਿਹਦੇ ਕੋਲ ਰਾਜ ਹੈ, ਸਾਨੂੰ ਆਪਣਾ ਕੋਈ ਕੰਮ ਕਢਾਉਣਾ ਹੈ ਤੇ ਉਹ ਕੰਮ ਕਰਨਾ ਪਏਗਾ। ਬੇਸ਼ੱਕ ਜਥੇਦਾਰ ਸੰਤੋਖ ਸਿੰਘ ਜੀ ਨੇ ਕੰਮ ਕੀਤੇ, ਪਰ ਸਰਨਾ ਸਾਹਿਬ ਨੇ ਵੀ ਆ ਕੇ ਕੰਮ ਕੀਤੇ। ਇਹ 'ਚ ਕਰਨੀ ਔਰ ਕਥਨੀ ਜਿਹੜੀ ਸਾਹਮਣੇ ਹੈ ਸਾਡੇ, ਉਹਨਾਂ ਨੇ ਪਾਰਕਿੰਗ ਬਣਵਾਈ, ਉਹਨਾਂ ਨੇ ਸਰਕਾਰ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸਰ ਮੈਮੋਰੀਅਲ ਬਣਵਾਇਆ ਬਾਈਪਾਸ 'ਤੇ, ਹੋਰ ਬੜੇ ਕੰਮ ਹੋਏ। ਪਰ ਜਥੇਦਾਰ ਸਾਹਿਬ ਦੀ ਜਿਹੜੀ ਗੱਲ ਹੈ ਉਹ ਅਲੱਗ ਗੱਲ ਹੈਗੀ ਹੈ ਕਿ ਇੱਕ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਮਿਲ ਕੇ ਚੱਲਦਾ ਸੀ, ਉਹਨੇ ਸਲਾਹ ਲੈਂਦਾ ਸੀਗਾ ਕਿ ਕੌਮ ਨੂੰ ਕਿਸ ਤਰ੍ਹਾਂ ਆਪਣਾ ਅੱਗੇ ਤੋਰਨਾ, ਕਿਸ ਤਰ੍ਹਾਂ ਉਹਨਾਂ ਦੇ ਕਾਰਜ ਕਰਨੇ ਨੇ, ਔਰ ਕਿੱਦਾਂ ਤਰੀਕੇ ਨਾਲ ਕੰਮ ਲੈਣਾ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ
कि सरकारां दे पिछे ला के सरकार दे मैं एक चीज़ देखी है अपना मनजीत सिंह जी और बादल दल दे विच कि वो जदों कोई उन्होंने सामने लीडर बैठा होए ना वो उत्थे बस थल्ले ही लग जाते लम्मे ही पै जाते उन्होंने जदों कोई गल करदा अपनी कोई इतिहास की गल जे सुनाना चाहे तो वो गल नहीं कर पाते उन्होंने सामने की कहते यार सानू कुछ कह ही ना देने तुसीं अपना इतिहास क्यों सुना रहे हो। यही गल मैं सरना साहब च भी देखी है कि अपना जदों गुरु तेग बहादुर साहब मैमोरीअल बनया ना तो उस वक्त तुहानूं शायद पता है गुरु तेग बहादुर हिंदी चादर जी एनीमेशन पिक्चर बनी सी वो असी पिक्चर बनाई सी दास ने सरदार साढ़े हरदेव सिंह सी नाल साढ़े अपना हरदीप सिंह जी ਜਿਹੜੇ अपना पंपकिन अकैडमी तो सी असी सारे ने सलाह की स्क्रिप्ट लिखी गोगोआणी जी नाल लिया सी तो वो स्क्रिप्ट तैयार की चाहता सी मुसलमानों के नाम आते थे इतिहास जो पिक्चर बनानी सी पर सरना साहब उत्थे ढिले पै गए कहते यार ना कढ़ दो यार उत्थे सरकार च मुसलमान है ने बई ये ठीक नहीं लगता। असीं कहा जी अपना इतिहास है असीं अपना इतिहास सुनाना है असीं क्यों नहीं गल करनी अपनी इतिहास नूं किद्दां हटा दईए। वो गल छोटी जी सी वो अपनी पोलीटिकल के हिसाब नाल चल रहे थे पर साडे जिहड़ा साडा हिरदा सी साडा सानूं जवाब साडी जिहड़ी आत्मा गवाही नहीं दे रही सी कि साडा इतिहास असीं अपनी गल करनी है। उही गल मैं मनजीत सिंह च देखी उस तो अलग जथेदार साहब मैं इन्हां दी एक वीडियो देख रहा सी अमित शाह उत्थे बैठा वड्डे वड्डे लीडर उत्थे बैठे ने ये अपने इतिहास नूं गज वज के कह रहे हैं मतलब अपनी गल नूं रख रहे हैं गुरुआं ने यह किया सिख पंथ इस तरह चलता सिख पंथ इस तरह करता मतलब गल नूं रखना थल्ले ना लगना। इत्थे सुषमा स्वराज इन्हां दे सामने एक अपना 350 साल या 400 साल मना रहे सी आपां पंजाब दे विच सुषमा स्वराज के सामने इन्हां दे कह जांदे कि चंदू का कोई दोष ही नहीं हैगा। उत्थे अपना वड्डे वड्डे लीडर बादल साहब बैठे ढींडसा साहब बैठे ने होर बड़े लीडर बैठे ने इन्हां दे ये उत्थे हुण मैं की कमां इन्हां वास्ते कि मोदी झांगू बैठे रहे उत्थे इन्हों तो एक शब्द नहीं निकलिया भी साडा इतिहास खराब करके चले गई आओ। हालांकि सुषमा स्वराज चले गई स्वर्गां च वास होया असीं नहीं कहते कि इहनूं माड़ा नहीं कहते पर उस वक्त वो गल करनी चाहिए सी नहीं तो आने वाले समय 50 साल बाद जो तुहाडियां वीडियो निकलणगे तुहाडे जथेदार बैठे सीगे वो तो कुछ बोले नहीं तुसीं अज किदां इतिहास नूं कह रहे हो कि चंदू का दोष नहीं सीगा जो तुहाडे जथेदारां ने कोई जवाब नहीं दिता सीगा तां साडा इतिहास नूं तरोड़ मरोड़ के रखता ने उत्ते। सो कहण दा भाव है कि मतलब अपना जे कोई गल चलदी है जो जिथे बंदा गढ़स रखता अपनी गढ़स रख के गल करता चाहे कोई भी पार्टी हो असीं अपना इतिहास क्यों खराब करिए सानूं साडा जिंदा साडी जिंदा दली इसे विच है साडे इतिहास नूं असीं पढ़दे तां असीं जिंदा हो के चलदे हां और गर्व नाल चलदे हां आपां अपने अगे। अज जिहड़ी जथेबंदियां सेवा कर रही अपने इतिहास नूं पढ़ के कर भाई कन्हैया जी नूं देख के कर रही है क्योंकि सरबत दे भले दी गल कर रही है। जे अज करोना आया किदां जथेबंदियां ने काम कीते तुहाडे सामने सारे क्योंकि गुरु का डर भाव गुरु का प्यार शरधा भावना इतिहास पढ़ते हैं बच्चे अपने अज जो सोशल मीडिया चल रहा उन्होंने पढ़ के चल रहे पर जिथे असी जथेबंदी ने काम किया उत्थे दिल्ली सिख गुरुद्वारा प्रबंधक कमेटी ने आके सारा किया कराया कूच पाता इन्हां दी अग वर्गी जिहड़ी बाणी निकल रही है जिथे एक शांति का गुरु नानक साहब का जिहड़ा सरबत दे भले की गल करनी है उत्थे अपना किस तरीके दी गल्लां कर रहे हैं। मतलब तुसीं गल करनी है तुसीं प्रधान का काम हुंदा है कि वो बड़ी निमरता नाल गल करें। पहला तो गल है कि प्रधान बोले घट साडा मैं एक गल लै लैना जम्मू कश्मीर दे जो होया हुणे जो बच्चियां का कोई अपना उत्थे कहंदे जी इन्हां ने अपना धर्म परिवर्तन कराता साडा बच्चियां का वो गल तुहाडी सी कि तू प्रधान इत्थे बैठे अपने इत्थों डेलीगेशन भेजदा जो गल सीगी असल विच श्रोमणी कमेटी दी जिम्मेदारी सी उत्थे जदों उन्हां नाल अटैच सीगी तां एक सिर्फ वोटां दे अपने दिखाण वास्ते कि मैं आ कर रहा मैं वो कर रहा लोगों के नौजवानों को समझना पएगा इस गल नूं कि जिहड़े उन्हें लफ्ज बोले इमाम साहब नूं कहंदा शर्म आनी चाहिए तुहानूं मैं वीडियो सुन रहा हूँ कि तू की कह रहा असी कितना समा खराब करता उत्थे उन्हें धीआं नूं जाके छड्ड के आए हैं अपना कश्मीर दे विच पढ़दी अग दे विच करोना के टाइम ते जिथे पुलवामा होया सी जदों उदों साडे सिंह गए ने हरविंदर सिंह गिल गया बबलू गया होर अपने 2-3 सिंह सी नाल हो गए एक नॉन सिख भी नाल गया उन्हें उत्थे छड्ड के आ रहे हैं और तू एकदम कहना कि इमामां नूं कहना तुहानूं शर्म आनी चाहिए वो असीं बनाउण नूं समा लगदा तू तां बिगाड़न नूं 1 मिनट ला रहा प्रधान का की काम हैगा उत्थे जाके बोलण दा तू जाके उन्हां दी रैली विच चल पिया तू नाल। हालांकि उत्थे कश्मीर दे प्रेजिडेंट सी उन्हां दी कमेटी दा उन्हें कहा सानूं किसी दिल्ली वाले की लोड़ नहीं हैगी किसी श्रोमणी कमेटी की लोड़ नहीं हैगी
ਜਦੋਂ ਕੋਈ ਦੁੱਖ ਤਕਲੀਫ ਆਉਂਦਾ ਤੁਸੀਂ ਪੁੱਛਦੇ ਨਹੀਂ, ਤੁਸੀਂ ਆਪਣੀ ਵਾਹਵਾ ਖੱਟਣ ਵਾਸਤੇ ਪੋਲੀਟਿਕਸ ਵਾਸਤੇ ਉੱਥੇ ਜਾਂਦੇ ਕਿ ਸਿੱਖ ਦਿੱਲੀ ਦੇ ਸਿੱਖਾਂ ਦੀ ਵੋਟਾਂ ਲੈ ਲਈ ਆਪਾਂ ਜਾ ਕੇ ਹੁਣ ਹਰ ਮੋਹਰੇ ਅੱਗੇ ਹੋ ਜਾਣਾ। ਜੇ ਮੋਰਚੇ ਦੀ ਗੱਲ ਕਰਦੇ ਆ, ਸਾਡਾ ਫਰਜ਼ ਸੀਗਾ ਕਿ ਜੇ ਆਪਣਾ ਉੱਥੇ ਮੋਰਚਾ ਚੱਲ ਕੇ ਆਇਆ ਸੀਗਾ, ਸਾਡਾ ਫਰਜ਼ ਬਣਦਾ ਜੀ ਅਸੀਂ ਉਹਨੂੰ ਸਹਿਯੋਗ ਕਰਦੇ। ਪ੍ਰਧਾਨ ਦਾ ਕੰਮ ਨਹੀਂ ਹੈ ਕਿ ਮੋਹਰੇ ਹੋ ਕੇ ਚੱਲ ਪਏ। ਅਗਰ ਪ੍ਰਧਾਨ ਹੀ ਅੱਗੇ ਉਹਦੇ ਤੇ ਕੋਈ ਥੱਪੜ ਪੈ ਗਿਆ, ਸਾਰੇ ਮਰ ਗਏ। ਪ੍ਰਧਾਨ ਬੈਠਾ ਆਪਣੀ ਗੱਲ ਕਰੇਗਾ ਉੱਥੇ। ਮੈਂ ਧੰਨਵਾਦ ਕਰਦਾ ਇਹਨਾਂ ਨੇ ਜਿਹੜਾ ਹੁਣ ਨਿਸ਼ਾਨ ਸਾਹਿਬ ਜਿਹੜਾ ਉੱਥੇ ਆਪਣਾ ਅਫਗਾਨਿਸਤਾਨ ਜਿਹੜਾ ਲਾਇਆ ਸੀਗਾ, ਇਹਨਾਂ ਨੇ ਉੱਥੇ ਕਾਲ ਕੀਤੀ, ਕਾਲ ਕਰਕੇ ਆਪਣਾ ਉਹ ਨਿਸ਼ਾਨ ਸਾਹਿਬ ਚੜਾਇਆ ਗਿਆ ਦੁਬਾਰਾ। ਤਾਂ ਕਹਿਣ ਦਾ ਭਾਵ ਕਿ ਪ੍ਰਧਾਨ ਦਾ ਕੰਮ ਹੈ ਬਹੁਤ ਘੱਟ ਬੋਲੇ ਔਰ ਸੋਚ ਲੈ ਕੇ ਚੱਲੇ ਜਿੱਤ ਕੌਮ ਨੂੰ ਕਿੱਥੇ ਲੈ ਕੇ ਚੱਲਣਾ, ਕਿਉਂਕਿ ਪ੍ਰਧਾਨ ਦੇ ਉੱਤੇ ਡਿਪੈਂਡ ਆ ਦਿੱਲੀ ਸਾਰੀ, ਜਿਹੜੀ ਦਿੱਲੀ ਦਾ ਪ੍ਰਧਾਨ ਹੈ। ਤੇ ਜਿਹੜੀ ਇਹਨਾਂ ਦੀ ਬਾਣੀ ਜਿਹੜੀ ਇਹਨਾਂ ਨਿਕਲਦੀ ਪਈ ਹੈ, ਤੁਸੀਂ ਕਹਿੰਦੇ ਜੀ ਮੈਂ ਇਹਦੀ ਜ਼ਮਾਨਤਾਂ ਕਰਾਤੀਆਂ, ਕਰਾ ਦੋ, ਸਿਰਫ ਇੱਕ ਫੋਟੋ ਖਿੱਚਣ ਜਾਂਦੇ। ਫੋਟੋ ਪ੍ਰਧਾਨ ਦਾ ਕੀ ਕੰਮ ਹੈ ਉੱਥੇ ਜਾ ਕੇ ਫੋਟੋ ਖਿਚਾਉਣ ਦਾ? ਤੂੰ ਜੇਲ੍ਹ ਜਾ ਰਿਹਾ ਉੱਥੇ, ਤੂੰ ਆਪਣੇ ਸਿੰਘਾਂ ਨੂੰ ਭੇਜ, ਆਪਣਾ ਡੈਲੀਗੇਸ਼ਨ ਭੇਜ ਵੀ ਜਾ ਕੇ ਉਹਨਾਂ ਨੂੰ ਜੀ ਆਇਆਂ ਕਰਕੇ ਲਿਆ, ਗੁਰਦੁਆਰੇ ਲਿਆ, ਉਹਨਾਂ ਨੂੰ ਉੱਥੇ ਸਤਿਕਾਰ ਕਰਾਂਗੇ ਉਹਨਾਂ ਦਾ। ਉਹ ਤਾਂ ਗੱਲ ਬਣਦੀ ਆ। ਕਮਾਲ ਦੀ ਗੱਲ ਹੈ ਕਿ ਇੱਕ ਦਿੱਲੀ ਕਮੇਟੀ ਦੇ ਇਲੈਕਸ਼ਨਾਂ ਵਾਸਤੇ ਤੁਸੀਂ ਕਿੱਦਾਂ ਲਿਲੜੀਆਂ ਕੱਢ ਰਹੇ ਹੋ ਕਿ ਸਾਨੂੰ ਵੋਟਾਂ ਮਿਲ ਜਾਣ। ਲੋਕਾਂ ਦੇ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਏਗੀ, ਜੋ ਉਹ ਉਕਸਾ ਰਿਹਾ ਨੌਜਵਾਨਾਂ ਨੂੰ, ਪਰ ਕੌਮ ਨੂੰ ਕਿੱਥੇ ਲੈ ਕੇ ਜਾ ਰਿਹਾ ਇਹ ਨਹੀਂ ਪਤਾ ਲੱਗ ਰਿਹਾ ਲੋਕਾਂ ਨੂੰ। ਗੁਰੂ ਪਿਆਰੇ, ਇੱਕ ਗੱਲ ਯਾਦ ਰੱਖਿਓ, ਇਹ ਦੋ ਪ੍ਰਧਾਨ ਸਕੱਤਰ ਹਨ ਜਿਹੜੇ ਇਸ ਟਾਈਮ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਪ੍ਰਧਾਨ ਇੱਥੇ ਸਾਡੇ ਇਲਾਕੇ 'ਚ ਹੈਗਾ। ਬੇਸ਼ੱਕ ਮਾਫੀ ਚਾਹਾਂਗਾ ਤੁਹਾਡੇ ਕੋਲੋਂ ਮੈਂ, ਜਿਹੜੇ ਬੰਦੇ ਕੋਈ ਗੁੱਸਾ ਨਾ ਕਰੇ ਜੇ ਮੈਂ ਗੱਲ ਕਹਿਣ ਲੱਗਾ। ਜੇ ਆਪਾਂ ਸ਼ਰਾਬਾਂ ਪਿਲਾ ਕੇ, ਜਿਹੜੇ ਮੈਂਬਰ ਹੈ ਸ਼ਰਾਬਾਂ ਪਿਲਾਉਣਗੇ ਸਾਡੀ ਸੰਗਤ ਨੂੰ, ਉਹਨਾਂ ਤੋਂ ਵੋਟਾਂ ਲੈਣਗੇ, ਉਹਨਾਂ ਨੂੰ ਟੈਲੀਵਿਜ਼ਨ ਦੇਣਗੇ, ਉਹਨਾਂ ਨੂੰ ਪੈਸੇ ਦੇਣਗੇ, ਉਹਨਾਂ ਨੂੰ ਕੰਬਲ ਵੰਡਣਗੇ, ਸਿਰਸੇ ਵਰਗਿਆਂ ਨੇ ਉੱਥੇ ਆਪਣਾ LDC ਵੰਡੇ। ਜਿਹੜੇ ਬੰਦੇ ਇੱਦਾਂ ਵੋਟਾਂ ਲੈ ਕੇ ਜਾਣਗੇ, ਤੁਹਾਡੀਆਂ ਵੋਟਾਂ ਲੈ ਕੇ ਜਾਣਗੇ, ਤੇ ਉਹ ਕੋਈ ਕੰਮ ਚੰਗਾ ਨਹੀਂ ਕਰ ਸਕਦੇ ਉੱਥੇ, ਕਿਉਂਕਿ ਤੁਹਾਡਾ ਜਿਹੜਾ ਤੁਹਾਨੂੰ ਉਹਨੇ ਪਹਿਲਾਂ ਹੀ ਤੁਹਾਡੀ ਜਿਹੜੀ ਆਪਣਾ ਕਰੈਕਟਰ ਬਣਾਉਣਾ, ਸਿੱਖ ਨੂੰ ਇੱਕ ਜਿਹੜੀ ਮੱਤ ਦੇਣੀ ਸੀ, ਜਿਹੜੀ ਗੁਰੂ ਘਰ ਨਾਲ ਜੋੜਨਾ ਸੀ, ਉਹ ਪਹਿਲਾਂ ਹੀ ਉਹਨੇ ਤੁਹਾਨੂੰ ਸਾਰਾ ਖਤਮ ਕਰ ਰਿਹਾ ਇੱਥੇ ਲਾਲਚ ਦੇ ਕੇ। ਕਿਉਂਕਿ ਜਿਹੜਾ ਲਾਲਚ ਹੈ ਨਾ, ਲਾਲਚ, ਉਹ ਲਾਲਚ ਵਿੱਚ ਆ ਕੇ ਅਸੀਂ ਆਪਣੇ ਉਹਨਾਂ ਨੂੰ ਗਲਤ ਬੰਦੇ ਨੂੰ ਬਿਠਾ ਦਿੰਦੇ ਆ, ਉਹ ਫਿਰ ਚੰਗੇ ਕੰਮ ਨਹੀਂ ਕਰ ਸਕਦੇ। ਦੱਸ ਦਿਓ ਕੋਈ ਇੱਕ ਚੰਗਾ ਕੰਮ ਕੀਤਾ ਹੋਇਆ। ਜਥੇਦਾਰ ਸੰਤੋਖ ਸਿੰਘ ਨੇ ਤਾਂ ਕੰਮ ਕੀਤੇ ਜਿਹੜੇ ਸੀ, ਸਾਨੂੰ ਪਤਾ ਹੈ, ਜਿਹੜੇ ਸਰ ਨੇ ਕੀਤੇ ਸਾਨੂੰ ਪਤਾ ਵੀ ਕੁਛ ਦਿੱਤਾ ਉਹਨਾਂ ਨੇ ਕੌਮ ਨੂੰ। ਇਹਨਾਂ ਨੇ ਦੋਨਾਂ ਨੇ ਆ ਕੇ ਕੀ ਸਾਨੂੰ ਦਿੱਤਾ ਇਸ ਟਾਈਮ? ਖਾਲਸਾ ਜੀ, ਜੇ ਆਪਣਾ ਸਕੂਲਾਂ ਦੀ ਗੱਲ ਕਰੀਏ, ਐਜੂਕੇਸ਼ਨ ਦਾ ਚੇਅਰਮੈਨ ਬਣਿਆ ਸਾਡੇ ਇੱਥੇ ਦਾ ਬੰਦਾ ਹਰਮੀਤ ਸਿੰਘ ਕਾਲਕਾ ਜੀ, ਔਰ ਆਪਣੇ ਸਕੂਲ 'ਚ 35 ਚੇਅਰਮੈਨ ਵਾਈਸ ਚੇਅਰਮੈਨ ਬਣਾਤੇ। ਸ਼ਰਮ ਆਉਂਦੀ ਹੈ ਸਾਨੂੰ ਕਿ ਅਸੀਂ ਕੀ ਐਡਮਿਨਿਸਟ੍ਰੇਸ਼ਨ ਸੰਭਾਲਣਾ ਹੈ। ਔਰ ਤੁਸੀਂ ਕਹਿੰਦੇ ਸਕੂਲਾਂ ਦਾ ਬੇੜਾ ਗਰਕ ਨਹੀਂ ਹੋਏਗਾ ਤਾਂ ਕੀ ਹੋਏਗਾ? ਆ ਕਹਿੰਦੇ 5 ਹੋਰ ਵੱਧ ਕੇ 44 ਹੋ ਗਏ ਆ। ਉਹ ਐਡੀ ਲਾਲਚ ਨੂੰ ਵੋਟਾਂ ਦੀ, ਇਹਨੂੰ ਕੀ ਕਿਹਾ ਜਾ ਸਕਦਾ? ਮੂਰਖ ਨਹੀਂ, ਮਹਾ ਮੂਰਖ ਕਿਹਾ ਜਾਂਦਾ ਇਹਨੂੰ, ਜਿਹੜਾ ਬੰਦਾ ਇੱਕ ਸਿਸਟਮ ਨੂੰ ਖਰਾਬ ਕਰ ਰਿਹਾ। ਸਿਸਟਮ ਖਰਾਬ ਕਰਕੇ ਰੱਖਤਾ ਨੇ ਸਾਰਾ ਸਕੂਲਾਂ ਦਾ। 44 ਭਰਤੀਆਂ ਕੀਤੀਆਂ ਨੇ 1 ਸਾਲ ਦੇ ਵਿੱਚ ਸਕੂਲ ਦੇ, ਕਾਲਕਾ ਜੀ ਦੇ ਸਕੂਲ 'ਚ। ਅਸੀਂ ਜਦੋਂ ਆਪਣਾ ਸਕੂਲ ਨੂੰ ਸੰਭਾਲਿਆ, ਉਦੋਂ ਇੱਥੇ ਆ ਕੇ ਤਿਆਰ ਨਹੀਂ ਸੀ, ਕੋਈ ਚੇਅਰਮੈਨ ਨੂੰ ਬਣਨ ਨੂੰ ਤਿਆਰ ਨਹੀਂ ਸੀਗਾ। ਅਸੀਂ 1 ਕਰੋੜ 10 ਲੱਖ ਰੁਪਏ ਤੇ ਲਾਇਆ, ਸਕੂਲ ਨੂੰ ਪੂਰਾ ਡਿਵੈਲਪ ਕੀਤਾ ਉਦੋਂ, ਔਰ ਇਹਦੀ ਇਨਕਮ ਵਧਾਈ। ਉਦੋਂ 1800 ਬੱਚਾ ਕੀਤਾ, ਅੱਜ 800 ਬੱਚਾ ਨਹੀਂ ਹੈਗਾ ਸਕੂਲ ਦੇ ਵਿੱਚ। ਉਹ ਤੇਰੇ ਗੁਰਦੁਆਰੇ ਦਾ ਤੂੰ ਪ੍ਰਧਾਨ ਹੈ, ਨਾਲ ਤੇਰੇ ਸਕੂਲ ਆ, ਤੈਨੂੰ ਇੰਨੀ ਵੀ ਖਬਰ ਨਹੀਂ ਹੈਗੀ ਕਿ ਮੇਰਾ ਸਕੂਲ ਕਿੱਥੇ ਜਾ ਰਿਹਾ, ਕਿ ਮੈਂ ਕੀ ਕਰ ਰਿਹਾ। ਵੋਟਾਂ ਲੈਣ ਵਾਸਤੇ ਲਿਲੜੀਆਂ ਕੱਢ ਰਹੇ ਨੇ, ਔਰ ਫਿਰ ਦਬਾਅ ਇੰਨਾ ਪਾਉਂਦਾ ਬੰਦੇ ਦੇ ਉੱਤੇ, ਜਾ ਕੇ ਘਰ 'ਚ ਬਹਿ ਜਾਂਦਾ ਕਿ ਤੂੰ ਬਈ ਉੱਥੇ ਕਿਉਂ ਗਿਆ? ਉਹ ਤੇਰਾ ਕੋਈ ਕਰਜ਼ਦਾਰ ਹੈ? ਜਿੱਥੇ ਬੰਦਾ ਚਾਹੇਗਾ ਬੰਦਾ ਉੱਥੇ ਜਾਏਗਾ, ਜਿੱਥੇ ਨੂੰ ਉਹਦੇ ਗੁਣਾਂ ਨੂੰ ਦੇਖੇਗਾ ਬੰਦਾ। ਮਤਲਬ ਉਹਦੇ ਘਰ ਜਾ ਕੇ ਉਹਨੂੰ ਇੰਨਾ ਦਬਾਅ ਪਾਉਂਦੇ ਨੇ ਕਿ ਜਿੱਦਾਂ ਉਹਦੇ ਕੋਲ ਕਰਜ਼ਾ ਲਿਆ ਹੁੰਦਾ ਇਹਨਾਂ ਨੇ। ਕਮਾਲ ਦੀ ਗੱਲ ਹੈ। ਇਹਨਾਂ ਨੂੰ ਕੋਈ ਚਪੜਾਸੀ ਨਾ ਰੱਖੇ, ਚਪੜਾਸੀ ਜਿਹੜੇ ਨਾਲ ਸਿਕਿਉਰਿਟੀ ਗਾਰਡ ਲੈ ਕੇ ਚੱਲਦੇ, ਆਪਣੇ ਗੁਰੂ ਘਰ ਦੇ ਜਿਹੜੇ ਸਿਕਿਉਰਿਟੀ ਗਾਰਡ ਲਏ ਹੋਏ ਇਹਨਾਂ ਨੇ, ਵਰਦੀਆਂ ਉੱਥੋਂ ਪਵਾ ਲੈਂਦੇ, ਨਾਲ ਆਪਣੇ ਲੈ ਕੇ ਚੱਲਦੇ ਨੇ। ਉਹ ਸ਼ਰਮ ਆਉਣੀ ਚਾਹੀਦੀ। ਤੂੰ ਕਿਹੜੀ ਇਹੋ ਜਿਹੀ ਤੈਨੂੰ ਆਫਤ ਲੱਗ ਗਈ ਉੱਥੇ? ਅਸੀਂ MLA ਬਣੇ ਨੇ, ਸਾਨੂੰ ਤਾਂ ਕੋਈ ਫਰਕ ਨਹੀਂ ਪਿਆ, ਪਰ ਇਹਨਾਂ ਦਾ ਹਿਸਾਬ ਤਾਂ ਮੈਨੂੰ ਨਹੀਂ ਸਮਝ ਆਇਆ। ਇਲਾਕੇ 'ਚ ਮੈਂ ਉਹੀ ਕਹਿ ਰਿਹਾ ਜੀ, ਸੇਵਾਦਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬੰਦੇ ਨੌਜਵਾਨ ਚੱਕ ਲੈਂਦੇ ਨੇ ਨਾਲ, ਉਹ ਵਿਚਾਰੇ ਆਪਣਾ ਸਾਡੇ ਇੱਥੇ ਅਸੀਂ ਮੇਰਾ ਖਿਆਲ 10 ਸਾਲ ਇੱਥੇ ਸੇਵਾ ਕੀਤੀ ਆ ਸਕੂਲ ਦੇ ਵਿੱਚ। ਕਦੀ ਇੱਕ ਬੰਦੇ ਨੂੰ ਅਸੀਂ ਘਰ ਬੁਲਾਇਆ ਹੋਏ, ਕਦੀ ਬਿਜਲੀ ਦਾ ਸੋਚ ਵੀ ਸਾਡਾ ਠੀਕ ਕਰ ਜਾ ਕੇ।
कोई कह दे एक भी मैंबर आके इत्थे अपना स्कूल का कोई एडमिनिस्ट्रेशन का दफ्तर आके कह दे। अज उन्होंने इन्ना दबाव पा देंगे ने कि अपने स्कूलों के बंदों स्टाफ में लगाते हैं जाके वोटां पर्चियां वंड के आओ, आ करके आओ करके आओ, सारा काम उत्थे बैठ के कराते हैं। ये होटल दी सब्जियां जिहड़ियां साडा जिहड़ा असीं भर्ती कराया सी फर्स्ट टाइम च, पर वो जाके ने होटलों की सब्जियां लिया के आते रहे हैं, होटल सब्जियां सप्लाई करते रहते हैं। यार कमाल है। दिल्ली सिख गुरुद्वारा प्रबंधक कमेटी का एडमिनिस्ट्रेशन का दफ्तर होवे, स्कूल होवे, वो तुसी पैसा हुण पता लगा जी FIR दर्ज हुई है ना, तो जो 32 लाख का जो टेंट का बिल सी 1 करोड़ च पास हो गया। ये तो एक बिल है, एक बिल है। भाई अपना भाई मनी सिंह ने बंद बंद कटवाया सी इसे करके कि गुरु घर की जी माया मैं माया ना लैन दिया किसी को, क्योंकि उन्होंने कहा जो सिंघां नूं बुलाया गया 6 महीने बाद उत्थे गुरु अपना दरबार साहब उत्थे इकट्ठ हुंदा सी तगड़ा, तो उस वक्त जो हाकम सीगा जकरिया खां उन्हें अपना कहा कि कर लवांगे, कर देना पेगा तां तुसीं प्रोग्राम कर सकते हो। पर उन्होंने ये भी नाल सोचा कि जिहड़े सिंह आणगे इत्थे उन्होंने आपां उस टाइम कतल कर दिता जाएगा, जो इकट्ठे होणगे उस टाइम आपां सारिआं नूं कतल कर देंगे। पर भाई मनी सिंह नूं पता लग गया, उन्होंने खबर भेजती सारे उन्होंने कि अपना भाई सिंह बाबा जिहड़े आ गए वो बेचारे कतल हो गए उस वक्त। तो भाई मनी सिंह नूं बाद च कहंदा जी कर देना पेगा तुहानूं उस चीज़ का, जिस तरह आपां वैंकट लिया ना अज इहदा जिहड़ा पैसा देना आ भी प्रोग्राम असीं नहीं कीता। वो कहंदा जी मैं प्रोग्राम ही नहीं किया, मैं कर क्यों दें। भाई मनी सिंह है, भाई मनी सिंह उन्होंने कहा, मतलब उन्होंने बंद बंद कटा लिया, अपना गुरु घर की जी माया से उन्होंने लैन नहीं दी। और इन्होंने किद्दां दोनों हत्थां नाल लुटा रहे ने माया, कोई पुछण वाला नहीं इन्होंने। मतलब इन्हों का इन्ना हथ खुल गया है कि यह गुरु घर की माया ये है ही इसे काम वास्ते, जिन्नी मर्जी मौज करो। जब हम बिल्कुल अजे मेरी गल आ रही जी सामने, दिल्ली दे विच सिखां नूं नहीं मिल रहे अपना कंसनट्रेटर इत्थे जिहड़े, हर मैंबर का फर्ज बन जाता जिहड़ा मैंबर आ भावें किसी भी पार्टी का होवे, सानूं कोई फर्क नहीं पैंदा। जद दिल्ली कमेटी का प्रधान बन गया, मैं तुहानूं दसदा गल जी MLA होकर मैं जो काम किया इत्थे, एक गल टाइम थोड़ा जिहा लगूगा जरूर, क्योंकि अपना गुरबाणी के हिसाब नाल जे चलीए ना को बैरी नहीं बेगाना सगल संगम को बनाई, असी उस हिसाब नाल काम किया। अज मैं कहना कि साडे इलाके दे कोई BJP वाला होए, जो कांग्रेस वाला होए, चाहे आम आदमी पार्टी अदर पार्टी कोई भी पार्टी होए, एक कोई बंदा साडे खिलाफ कह दिया कि जिहड़ा भी बंदा ਉਹਦਾ काम किया। आ हुणे थोड़े दिन की गल है, मैनूं एक बंदे ने कहा कि भाई साहब मैं CT स्कैन कराना उत्थे MRI कराना, मैं कॉल की, इन्हां दा कोई चेयरमैन बनया भुल्लर साहब मेरा ख्याल है, मैं इन्होंने कहा जी कहंदा जी वो अपने इलाके वाले रिकमेंड करा दो, वो तुहानूं वोटां देतियां गल खत्म हो गई जी साहब, तुहानूं इसदा जवाब देना पेगा कि तुसीं इदां करना कि अपना अपने हिसाब नाल चलाना। तुसीं जदों मैंबर चुनिया गया सब कुछ सिस्टम हो गया, उस वक्त कोई भी सिख आए कोई भी आए भावें गुरु नानक नाम लेवा आए, उन्होंने तुहाडी सिफारिश क्यों लैनी पवे, उन्होंने सिफारिश क्यों लैनी पवे कि तुसीं स्नैन करा के लिया अपने डॉक्यूमेंट। असीं नहीं करना बोलदे बई साडा काम नहीं होएगा। मैं कहना कोई सीधा सिख आ जाए तुहाडे कोल, ते सिख ना कोई भी गुरु नानक नाम लिया, तुसीं ਉਹਦਾ काम करो, तुसीं जे 50 रुपए कीते तो 50 रुपए च करो। उत्थे तरले कटदे जिन्हां दी पहले जाके उन्हें अपने इलाके के मैंबर को साइन करा के लियो, क्यों करा के लियो, बंदा मर रहा, यही हाल हॉस्पिटल च हैगा। असी मैक्स वर्गे हॉस्पिटल में जाके लोगों के पैसे वापस कराए सी, MLA सी जदों मैं पैसा नहीं लैण दित्ता, असीं वापस किहनूं अपना फालतू लैण दित्ता। गौरमेंट के बंदे ने मतलब कि अपना जाके उन्होंने रैफर करता, उत्थे 1.25 लाख रुपए वापस करा के परले इलाके चों दिलशाद गार्डन वाले पासों। ਜਿਹੜਾ ਤੁਹਾਡੇ ਕੋਲ ਆ ਗਿਆ ਬੰਦਾ, ਤੁਸੀਂ ਉਹਦਾ ਕੰਮ ਕਰੋ ਯਾਰ। ਤੁਸੀਂ ਲਾਤਾ ਪਹਿਲੀ ਗੱਲ ਤਾਂ ਤੁਸੀਂ ਜਿਹੜੀਆਂ ਮਸ਼ੀਨਾਂ ਲਈ MRI ਲਾਈ, ਜਿਹੜਾ ਤੁਸੀਂ 12 ਕਰੋੜ ਰੁਪਈਆ ਉਹ ਤੁਹਾਨੂੰ ਪਹਿਲਾਂ ਦਿੱਤਾ ਅਮਿਤਾਭ ਬੱਚਨ ਨੇ, ਇੱਥੇ ਤੇ ਗੁਰੂ ਅਰਜਨ ਦੇਵ ਜੀ ਦਾ ਆਪਣਾ ਦਰਬਾਰ 'ਚ ਅਕਬਰ ਬਾਦਸ਼ਾਹ ਆਇਆ, ਉਸ ਵਕਤ ਵੀ ਮਹਾਂਮਾਰੀ ਫੈਲੀ ਸੀ, ਗੁਰੂ ਅਰਜਨ ਦੇਵ ਜੀ ਨੇ ਬੜੀ ਸੇਵਾ ਕੀਤੀ, ਤੇ ਅਕਬਰ ਬਾਦਸ਼ਾਹ ਉਹਨੇ ਦਰਬਾਰ 'ਚ ਆ ਕੇ ਸਾਹਮਣੇ ਆ ਕੇ ਬਹਿ ਗਿਆ, ਕਹਿੰਦਾ ਮਹਾਰਾਜ ਮਤਲਬ ਇਹ ਜਿਹੜੀ ਜ਼ਗੀਰਾਂ ਮੈਂ ਕੁਝ ਦੇਣਾ ਚਾਹੁੰਦਾ ਤੁਹਾਨੂੰ, ਤੁਸੀਂ ਇਹ ਲੈ ਲਓ। गुरु अर्जन पातशाह ने मना करता, कहता सानू इसकी लोड़ नहीं हैगी, सानू ये जगीरा नहीं चाहिए, असीं सेवा की है पर असीं मुੱਲ नहीं लै रहे, पर तुसीं तुहाडा जिहड़ा कहंदा खून का बदला खून, गल तो यह होनी चाहिए सी कि उस वक्त कौम का सिर उच्चा हो जाता। जो तुसीं कहंदे अपना पैसा अपने को रख, मशीन अपने को रख, कौम का सिर इस तरह उच्चा होंदा, ना कि उन्हां कोल तुसीं इस तरह लै लो समान लै लो। ये गल जाती पूरे देश दे विच वर्ल्ड 'च जाती गल कि भाई आह काम बहुत वधिया होया, जिहड़ा उन्हें जवाब दिता, जिहड़ा साडा खून ना खून का बदला खून करदा, असीं उहदी चीज़ नूं अपना अलाउ नहीं करदे कि साडे कोल चीज़ दे के जाए, असीं उहदी चीज़ लैना पसंद नहीं करते। पर इन्हां ने पैसा इकट्ठा करने वास्ते मनजीत सिंह जी ने दस ही दिता,
कि पैसा इकट्ठा करना किस तरह लोगों का जोड़ा अपना लोगों को गुमराह किया इन्होंने। जो अपना मैं गया सी खुद उत्थे अपना जो कोविड का चल रहा है बड़ी दहशत का माहौल बनया हुआ रकाबगंज गुरु तेग बहादुर साहब स्थान से। उदों कहते जी हवा च भी वायरस हैगा और सीधी हवा सारी अपना दरबार साहब नूं आ रही सी, उधर गेट खोलिया होया सीगा। तो कहने का भाव कि आप कित्थे खड़े हैं, जे तुसीं कुछ करना ही सी कोविड का बनाना सी बाला साहब दे विच सारा सिस्टम फिट हो जाता। जे आ नामधारी अपना उधर कर सकते हैं बैड लगा सकते, साढ़े तो कमरे तैयार पे सीगे, तुसीं उहनूं भी टेंट लगा के इधर रनोवेट कर देंदे। साढ़े को अपना कॉलेज पे सीगे, तुहानूं गुरु तेग बहादुर साहब का स्थान ही तो नज़र आया 400 साल करके कि पहले 200 बैड ला रहे थे, बाद कहते नहीं 400 साल आ रहे, 400 साल ही कर दो, लोगों को पैसा इकट्ठा करो। गुरु खालसा जी नौजवानों को जागना पेगा, जेड़े अपने सोचते कि मैं उस बंदे नाल नहीं हैगा, वो मेरा उहदे नाल गल नहीं बनती। पर यह सोच लो कि कौम वास्ते सोचना, जे शराबां पी के आप जे इन्हां को अपना लाहे लैके उन्होंने को अपना वोटां पानियां ने, फिर भुल जाओ कि कौम का कोई संवार दोगे, फिर नहीं कुछ होना, फिर कुछ नहीं हो सकता। जे आप अज साडे सामने कोई जुरत रखने वाला बंदा हैगा ਜਿਹੜਾ गल कर सकता है, जे सरकारों को जवाब दे सकता है, जे सरकारों तो लाहा लै सकता है। मैनू लगता है अज कि साडे जिहड़े जेलों सिख बैठे ने, जिदा इन्हां दी पकड़ हैगी सरकारों दे नाल, जिहड़ी ठोक के गल कर सकते हैं। जे साडे अज हवारा जी बैठे ने जेलों दे विच, राजोआणे बैठे ने, होर बड़े सिख बैठे ने जिहड़े जेलों दे विच इस टाइम जिन्हां दी सजावां पूरीआं हो चुकीआं ने। अगर अज तू कहना कि मैं जेलों च इन्ने बंदे जमानतां करातियां, मेरे ते बड़ी गुरु तेग बहादुर साहब की कृपा, जे कृपा तो चल छड़ा दा उन्होंने, फिर बड़ा रौला पा रहे कि मेरे ते बड़ी गुरु तेग बहादुर साहब की कृपा तेरे ते ही होगी यार, प्रधान ते होगी कली, कमाल की गल है। तू ठीक है प्रधान हैगा पर अपनी मर्यादा च रह, प्रधान हमेशा मर्यादा च रहिंदा। हुण ये गल कर रहे सी अपना इत्थे साडे अपना इन्हां दे जिहड़े अपना दादा जी सीगे जसवंत सिंह जी, उन्हां दी गल सुन लो। ते अज तक फरार हैगे ने, अज तक वो फरार ने, भावें उस अकाल चलाना कर गए ने, पर वो देन खड़ी अज भी उत्थे। वो माता गुजरी अपना माता सुंदरी पहला उत्थे इजलास लाया जाता सीगा, उत्थे ये प्रधान सीगे, प्रधानगिरी छड्डी इन्होंने, प्रधानगिरी 7 साल प्रधान रहा उत्थे, वाइस प्रेजिडेंट प्रधानगिरी छड्डी इन्होंने। तो उत्थे अपना उन्होंने फिर इजलास बनाया, उदों बाहर कढ़िया, बाहरों बाहर कढ़ता कि भी ये छड्डदा ही नहीं हैगा। यही हाल है इत्थे बीबला गुरुद्वारे भी दादा प्रधान सीगा। जे यदि गल कर लो आ एल ब्लॉक का गुरुद्वारा आ, इत्थे इहदा चाचा प्रधान सी, वो भी नहीं छड्डदा, वो मर गया, पर प्रधानगी नहीं छड्डी उन्हें, प्रधान बन के स्वर्गां नूं गया। और अज भी कालका च कोई बंदा ही नहीं हैगा, 9 साल हो गए नहीं, कालका च कोई बंदा ही नहीं हैगा भी होर कोई बंदा सेवा कर सकता है। और साडा एक कबरी है बेचारा, बड़ा गुरु घर का प्यारा गुरु इकबाल सिंह नूं लियाउण वाला दिल्ली च उही सीगा, ओहदा इत्थे ढाबा आ, और डंडा दे दिंदा उत्ते जाके उत्ते कि तू काका जे उत्थे किते गया ना तेरा चलान कट दूंगा। वो चलान कटवा भी दिते ने कई, अपने ही बंदियां दी बिल्डिंगां तड़वातियां जिहड़े नाल चलदे पैसे खाण वास्ते। मतलब किन्ना कि तुहाडा थू थू करदे आ, जो ये इन्हां दी मैसेज कौंसलर बनी हुई आ। सानू पता लोकी जो गल करदे ने, असीं सिख दा करैक्टर उच्चा कीता अपने इलाके दे विच रह के, कि सिख दा करैक्टर की है, सरबत दे भले दी गल करनी, वो करके दिखाया। अज कोई अज कह दे बंदा एक भी जे अपना असीं इत्थे कोई इहो जिहा कोई किसी नूं कोई छेड़िया होया, किसी मान मर्यादा नूं खराब किया होए, हर एक नूं बड़े प्यार नाल कीता। जे मंदिर गए तो उत्थे भी जाके माता नूं शिव जी नूं फतेह बुलाई असीं कि साडा जिहड़ा इष्ट है असीं फतेह बुलाने आ उन्हां नूं, क्योंकि रब दे विच कोई भेद नहीं हैगा। असीं जाने आ, और तुसीं जाके ते सिद्धे नमस्कार कर दो, तुसीं ठीक है वोटां लैणियां लै लो, तुसीं माफियां क्यों दिंदे हो, तुसीं जाके लड़ियां क्यों कढदे उन्हां दे पैरां च पै के। तो सीधा तुसीं वोट मंगनी तो वोट मंगण जाओ, तुसीं पॉलिटिक्स च हैगे हो, पर जिहड़े हा गुनाह करदे गुनाह ना करो। बिल्कुल साडे इत्थे की करदे बेचारे परेशान हुंदे ने, वो साडे नाल गल करन तो डरदे ने। मैं कहना बंदे बहुत आ जाण इत्थे, बहुत सारे आ सकते हैं, वो इसे डर के यार यार साडा नुकसान कर, की तुहाडा नुकसान कर, तुसीं किसे दे कोई कर्जदार थोड़ा ना हैगे हो। डर काहदा, खालसा एक न्यारा है, न्यारेपन च रहना चाहिए सानूं। पै काहू को दे देना है पै मार ताण, किसी नूं डर देना भी नहीं है, किसी का डर मनना भी नहीं गा। इसे ही सतगुरु सच्चे पातशाह ने खालसा पंथ किरपा की। पर जिस रास्ते आप चल पे हाँ, जे आप सोचना ही नहीं कुछ कौम वास्ते, मैं कहना जे तुसी, मैं पहला गल कही भावें मेरे रब दे हथ हर जियो सब कुछ तेरे पास सब कुछ है, पर नहीं
ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਹਿਤਾ ਜੋ ਨਹੀਂ ਕਰਨਾ ਤੇ ਉਹੀ ਕਰੂਗਾ। ਕਰਨਾ ਤੇ ਸਾਨੂੰ ਪੈਣਾ, ਸਾਨੂੰ ਦਿਮਾਗ ਦਿੱਤੇ ਆ, ਸਾਨੂੰ ਮਿਹਨਤ ਕਰਨੀ ਪਏਗੀ। ਇਹੋ ਜਿਹੇ ਬੰਦੇ ਨੂੰ ਜੜ ਤੋਂ ਖਾੜ ਕੇ ਸੁੱਟ ਦੇਣਾ ਚਾਹੀਦਾ ਜਿਨ੍ਹਾਂ ਦੇ ਪੱਲੇ ਕੱਖ ਹੈ ਹੀ ਨਹੀਂ, ਕੋਈ ਗੁਰੂ ਪੰਥ ਦੀ ਸੋਚ ਹੀ ਨਹੀਂ ਹੈਗੀ। ਇਹਨੇ ਇੱਕ ਵੀ ਕਦੀ ਸ਼ਬਦ ਬੋਲਿਆ ਗੁਰੂ ਪੰਥ ਵਾਸਤੇ ਵੀ ਕਿਤੇ ਜਾ ਕੇ ਇਹਨੇ ਕੋਈ ਗੱਲ ਕੀਤੀ ਹੋਏ? ਅੱਜ ਮੈਂ ਇੱਕ ਵੀਡੀਓ ਦੇਖਣ ਡਿਆ, ਚਪੜਾਸੀ ਵਾਂਗੂ ਖੜਾ ਸਾਈਡ ਤੇ ਲੱਗਣ ਡਿਆ, ਮੂੰਹ ਸੜਿਆ ਪਿਆ, ਸਿਰਸਾ ਬੋਲਣ ਡਿਆ। ਉਹ ਕੀ ਹੈ? ਸਾਡੇ ਇਲਾਕੇ ਦਾ ਬੰਦਾ ਹੋਏ, ਗੱਲ ਨਾ ਕਰਨੀ ਆਏ ਉਹਨੂੰ ਉੱਥੇ ਕੋਈ। ਮੈਂ ਹੁਣ ਪਤਾ ਕੀ ਹੈ, ਤਾਂ ਸਾਡਾ ਸਿੱਖ ਭਰਾ ਹੈ ਨਾ, ਮੈਨੂੰ ਸਭ ਪਤਾ ਜੀ, ਮੈਨੂੰ ਸਭ ਪਤਾ। ਕਹਿਣ ਦਾ ਭਾਵ ਕਿ ਉਹ ਗੁਰਸਿੱਖ ਅੱਗੇ ਲੈ ਕੇ ਆਓ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨ, ਕਿਉਂਕਿ ਆਪਾਂ ਨੂੰ ਸੋਚਣਾ ਪਏਗਾ ਇਸ ਗੱਲ ਬਾਰੇ। ਗੱਲਾਂ ਤਾਂ ਬਹੁਤ ਹਨ, ਗੱਲਾਂ ਕਰ ਸਕਦੇ ਹਾਂ, ਪਰ ਜੋ ਜਥੇਦਾਰ ਸੰਤੋਖ ਸਿੰਘ ਹੋਣਾ ਨੇ ਕੰਮ ਕੀਤਾ, ਮੈਨੂੰ ਲੱਗਦਾ ਕਿ ਸਾਨੂੰ ਬੜੇ ਸਾਰੇ ਕਾਰਜ ਕਰਨੇ ਪੈਣੇ। ਨਾਲੇ ਜਥੇਦਾਰ ਸਾਹਿਬ ਆਪਣਾ ਮਨਜੀਤ ਸਿੰਘ ਜੀ, ਤੁਸੀਂ ਪ੍ਰਧਾਨ ਬਣ ਕੇ ਆਓ, ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸੇਵਾ ਲਾਵੇ। ਠੀਕ ਆ, ਅਸੀਂ ਪ੍ਰੋਗਰਾਮ ਕੈਂਸਲ ਕਰਦੇ ਹਾਂ। ਬੜੀਆਂ ਸਾਡੀਆਂ ਗੱਲਾਂ ਹੈਗੀਆਂ, ਜੇ ਮੈਂ ਇੱਥੇ ਲੱਗਾਂਗੇ ਤੁਸੀਂ ਵੀ ਤੰਗ ਆ ਜਾਓਗੇ। ਵੈਸੇ ਪਤਾ ਕੀ ਹੈ, ਗੱਲ ਇਹ ਹੈਗੀ ਆ ਕਿ ਤੁਸੀਂ ਸਾਰੇ ਕੰਮ ਕਰਦੇ ਹੋ, ਪਰ ਪੰਥ ਬਾਰੇ ਵੀ ਤੁਹਾਨੂੰ ਚਿੰਤਤ ਹੋਣਾ ਚਾਹੀਦਾ, ਵਿਚਾਰਾਂ ਸੁਣਨੀਆਂ ਚਾਹੀਦੀਆਂ ਨੇ। ਪੰਥ ਬੰਦਾ ਕੀ ਗੱਲ ਕਰ ਰਿਹਾ, ਉਹ ਤੇ ਧਿਆਨ ਮਾਰਨਾ ਚਾਹੀਦਾ ਵੀ ਕਿੱਥੇ ਕਿਹੜੀ ਗੱਲ ਆ, ਕਿਹੜਾ ਬੰਦਾ ਗੱਲ ਸਹੀ ਕਰਦਾ। ਐਵੇਂ ਨਹੀਂ ਆਪਾਂ ਇੱਥੇ ਕਈ ਬੰਦੇ ਹੋਣਗੇ ਉੱਦਾਂ ਦੇ ਵੀ, ਮੈਂ ਤਾਂ ਖੁੱਲ੍ਹ ਕੇ ਗੱਲ ਕਰਦਾ, ਨਹੀਂ ਗੱਲ ਕਰਦਾ, ਕਿਉਂਕਿ ਡਰ ਨਹੀਂ ਹੈ ਕਿਸੇ ਦਾ ਨਾ। ਅਸੀਂ ਉੱਥੇ ਸਰਕਾਰ ਵਿਧਾਨ ਸਭਾ 'ਚ ਡਰੇ ਸੀਗੇ, ਪਰ ਮੈਨੂੰ ਦੁੱਖ ਹੁੰਦਾ ਸੀ ਜਦੋਂ ਸਾਡਾ ਸੈਕਟਰੀ ਬੋਲਦਾ ਸੀ ਨਾ ਇੱਕ, ਜਦੋਂ ਵਿਧਾਨ ਸਭਾ ਦੇ ਵਿੱਚ ਪੱਗ ਨੂੰ ਫੜ ਲਿਆ, ਪੱਗ ਲੱਥੀ ਨਹੀਂ, ਕਹਿੰਦਾ ਮੇਰੀ ਪੱਗ ਲਾਤੀ, ਆਪਣੀ ਬੇਇੱਜ਼ਤੀ ਆਪੇ ਕਰਾਈ ਜਾਣ ਡਿਆ ਉੱਥੇ। ਪੱਗ ਫੜ ਕੇ ਆਪਣੀ ਇੰਨਾ ਰੌਲਾ ਪਾਉਂਦਾ, ਤੈਨੂੰ ਐਜ ਏ ਮਤਲਬ ਸੈਕਟਰੀ ਹੋਵੇ ਉਹਦਾ ਫਰਜ਼ ਨਹੀਂ ਬਣਦਾ ਸੀਗਾ ਵੀ ਐਮਐਲਏ ਲੜਾ ਮੈਂ, ਜਿਹੜਾ ਬੰਦਾ ਵਿਧਾਨ ਸਭਾ 'ਚ ਹੈਗਾ। ਜਦੋਂ ਕੁਐਸਚਨ ਕਰਦੇ ਸੀ ਨਾ, ਓਏ 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 ਇੱਦਾਂ ਕਰਦੇ ਸੀਗੇ। ਮਤਲਬ ਕੀ ਯਾਰ, ਤੂੰ ਸਾਡਾ ਗੁਰਦੁਆਰਾ ਸੈਕਟਰੀ ਆ, ਸਾਡੀ ਇੱਜ਼ਤ ਕਿਉਂ ਖਰਾਬ ਕਰ ਰਿਹਾ ਤੂੰ ਉੱਥੇ ਬੈਠ ਕੇ? ਸਾਨੂੰ ਸ਼ਰਮ ਆਉਂਦੀ ਸੀ ਉਸ ਟਾਈਮ ਕਿ ਯਾਰ ਇਹ ਕੀ ਕਰਦਾ ਪਿਆ। ਮੈਨੂੰ ਬੜਾ ਅਫਸੋਸ ਜਿਹਾ ਹੋਇਆ, ਕਹਿੰਦਾ ਮੈਂ ਉਹ ਆਪਣਾ ਮੇਰਾ ਨਾਂ ਲੈਣ ਨੂੰ ਦਿੱਕਤ ਹੋਈ ਥੋੜ੍ਹੀ ਜਿਹੀ ਕਿ ਕਾਲਕਾ ਜੀ ਇੱਦਾਂ ਹਰਮੀਤ ਸਿੰਘ ਪਹਿਲਾਂ ਉਹਦਾ ਨਾਂ ਲਿਆ ਉਹਨੇ। ਉਹ ਮੈਂ ਕਿਹਾ ਯਾਰ ਪੜ੍ਹਿਆ ਲਿਖਿਆ ਤੂੰ ਬੰਦਾ ਹੈ ਬੜੀਆਂ ਤੂੰ ਹੁਣ ਡਿੰਗਾ ਮਾਰਦਾ ਤੇ ਨਾ ਤੂੰ ਕਿਸ ਤਰੀਕੇ ਨਾਲ ਲੈ ਰਿਹਾ, ਸਾਨੂੰ ਕੀ ਫਰਕ ਪੈਂਦਾ, ਸਾਧਾਂ ਨੂੰ ਕੀ ਸਵਾਦਾ ਨਾ। ਅਸੀਂ ਤਾਂ ਸੇਵਾ ਕਰਨ ਗਏ, ਸੇਵਾ ਕੀਤੀ, ਡਟ ਕੇ ਕੀਤੀ, ਨਾ ਕਿਸੇ ਕੋ ਥੱਲੇ ਲੱਗੇ ਨਾ ਕੋਈ ਝੁਕੇ। ਇੱਥੋਂ ਤੱਕ ਕਿ ਜਿਹੜੇ ਕੰਮ ਵੀ ਕੀਤੇ, ਜਿਹੜੇ ਐਮਐਲਏ ਜਾਂਦੇ ਨੇ ਆਪਣਾ ਕੰਮ ਕਰਾਉਣ ਵਾਸਤੇ, ਜਦੋਂ ਅਸੀਂ ਜਾ ਕੇ ਬਹਿੰਦੇ ਸੀ ਸਾਡੇ ਆਪਣਾ ਕਹਿੰਦੇ ਸਰਦਾਰ ਜੀ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਸਾਡੇ ਨਾਲ ਤਮੀਜ਼ ਨਾਲ ਗੱਲ ਕਰਦੇ ਹੋ, ਬੜੇ ਪਿਆਰ ਨਾਲ ਗੱਲ ਕਰਦੇ ਹੋ। ਸਾਡੇ ਕੰਮ ਐਵੇਂ ਹੀ ਹੋ ਜਾਂਦੇ ਸੀਗੇ, ਉਹ ਸਾਡਾ ਕੰਮ ਉਹ ਭੱਜ ਕੇ ਕਰਦੇ ਸੀਗੇ। ਤੁਸੀਂ ਜਿਹੜਾ ਸਿੱਖ ਹੈ, ਸਿੱਖ ਦੀ ਆਵਾਜ਼ ਕਿੱਦਾਂ ਦੀ ਹੋਣੀ ਚਾਹੀਦੀ ਹੈ, ਸਿੱਖ ਦੀ ਬਹਿਣੀ ਰਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਸਿੱਖ ਨੇ ਗੱਲ ਕੀ ਕਰਨੀ ਹੈ ਉਹ ਤੁਸੀਂ ਪ੍ਰਗਟ ਕਰਨੀ ਹੈ। ਤੇਰੇ ਜੋ ਦਫ਼ਤਰ ਦੇ ਵਿੱਚ ਜੋ ਹੁੰਦਾ ਰਿਹਾ, ਮੈਨੂੰ ਪਤਾ ਕੀ ਕੀ ਕਰਦੇ ਰਹੇ ਤੁਸੀਂ ਉੱਥੇ ਜਾ ਕੇ। ਸ਼ਰਾਬਾਂ ਪੀ ਕੇ ਤੁਸੀਂ ਬੈਠੇ ਹੁੰਦੇ, ਜਾ ਕੇ ਤੁਸੀਂ ਆਪ ਤੀਜੇ ਕਮਰੇ 'ਚ ਵੜ ਕੇ ਬੈਠਾ ਹੁੰਦਾ, ਉਹ ਮੋਹਰੇ ਬਹਿ ਕੇ ਗੱਲ ਕਰਨਾ ਜਿੱਥੇ ਗੱਲ ਕਰਨੀ। ਪਹਿਲਾਂ ਤਾਂ ਆਪਣੇ ਚੇਲੇ ਚਪਾਟੇ ਰੱਖੇ ਹੁੰਦੇ ਆ। ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ, ਭਾਈ ਛੱਡ ਦਿਓ ਇਹਦਾ ਸਾਥ, ਛੱਡ ਦਿਓ। ਜੇ ਕੌਮ ਦੇ ਪਿੱਛੇ ਚੱਲਣਾ, ਜੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਚੱਲਣਾ, ਕਿਉਂਕਿ ਗੁਰੂ ਤੋਂ ਬਗੈਰ ਕੋਈ ਗੱਲ ਨਹੀਂ ਬਣਨੀ, ਗੁਰੂ ਤੋਂ ਬਗੈਰ ਗੱਲ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਦੀ ਜੇ ਤੁਸੀਂ ਗੱਲ ਕਰਦੇ ਹੋ ਨਾ, ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ, ਹਾਂ ਦਾ ਨਾਰਾ ਮਾਰਾ, ਤੇ ਉਹਦਾ ਅੱਜ ਪਿੰਡ ਉਹਦਾ ਮਲੇਰਕੋਟਲਾ ਵੱਸਦਾ ਪਿਆ ਪੰਜਾਬ ਦੇ ਵਿੱਚ, ਉਹਦੀ ਕੋਈ ਵੱਲ ਨਹੀਂ ਝੱਕ ਸਕਦਾ। ਜੇ ਤੁਸੀਂ ਬਾਦਲਾਂ ਨੇ ਜਿਨ੍ਹਾਂ ਨੇ ਆਪਣਾ ਪੰਥ ਦੀ ਢਾਹ ਲਾਈ ਆ, ਲੁੱਟ ਲੁੱਟ ਕੇ ਪੰਜਾਬ ਨੂੰ ਖਾ ਗਏ, ਗੁਰੂ ਘਰਾਂ ਨੂੰ ਖਾ ਗਏ, ਗੁਰੂ ਘਰਾਂ ਦਾ ਪੈਸਾ ਪਤਾ ਨਹੀਂ ਕਿੱਥੇ ਕਿਤੇ ਕਿੰਨੇ 20,000 ਏਕੜ ਜਿਹੜੀ ਜ਼ਮੀਨ ਹੈ ਉਹ ਲੈ ਕੇ ਬਹਿ ਗਏ। ਉਹ ਸਾਡਾ ਜਿਹੜਾ ਸਾਰਾ ਸਰਮਾਇਆ ਸੀ ਉਹ ਸੰਗਤ ਨੂੰ ਮਿਲਦਾ। ਪੰਥ ਅੱਜ ਪੰਜਾਬ ਨਾ ਜਾਪਾਨ ਹੁੰਦਾ, ਜਾਪਾਨ, ਜੇ ਇਹ ਇਮਾਨਦਾਰ ਹੁੰਦੇ, ਜੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ 'ਤੇ ਚੱਲਦੇ। ਘਰ ਘਰ ਤਾਂ ਗੱਡੀਆਂ ਦੀ ਤਾਂ ਗੱਲ ਹੀ ਨਹੀਂ, ਉਹ ਤਾਂ ਕਰਜ਼ੇ ਚੱਕ ਕੇ ਗੱਡੀਆਂ ਲੈ ਲੈਂਦੇ ਨੇ। ਪਰ ਜੇ ਇਮਾਨਦਾਰੀ ਦੀ ਗੱਲ ਕਰਦੇ ਨਾ, ਤੇ ਇੱਕ ਕਿਤੇ ਸੋਨੇ ਦਾ ਆਪਣਾ ਕੀ ਕਹਿੰਦੇ ਸਾਡਾ ਟੌਪ 'ਤੇ ਰਹਿੰਦਾ ਪੰਜਾਬ ਟੌਪ 'ਤੇ ਰਿਹਾ। ਪਰ ਇਹਨਾਂ ਨੇ ਉਹ ਨਸ਼ਿਆਂ ਦਾ ਜਿਹੜਾ ਵਪਾਰ ਚਲਾਇਆ ਨਾ ਉੱਥੇ। ਹੁਣ ਮੈਂ ਉਹ ਦੂਜੇ ਪਾਸੇ ਨੂੰ ਗੱਲ ਚੱਲ ਜਾਂਦੀ ਹੈ, ਦੂਜੇ ਪੰਜਾਬ ਵੱਲ ਨੂੰ। ਮੈਂ ਆਪਣੀ ਗੱਲ ਹੀ ਕਰਾਂਗਾ। ਕਹਿਣ ਦਾ ਭਾਵ ਕਿ ਭਾਈ ਇਹ ਜਿਹੜੀ ਉੱਥੋਂ ਹਕੂਮਤ ਚੱਲਦੀ ਨਾ ਇੱਥੇ ਦੀ, ਇਹਨੂੰ ਹਟਾ ਦਿਓ। ਉਹਨਾਂ ਨੇ ਆਪਣੀ ਰਾਜਨੀਤੀ ਵਾਸਤੇ ਇੱਥੋਂ ਸਾਰੇ ਕੰਸਟਰੇਟਰ ਮੰਗਵਾਏ, ਇੱਥੋਂ ਚੋਰੀ ਲੈ ਕੇ ਗਏ, ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਨਾ। ਪ੍ਰਧਾਨ ਹੈ, ਜੋ ਮਰਜ਼ੀ ਕਰ ਸਕਦਾ। ਪਰ ਪਹਿਲਾਂ ਆਪਣੀ ਸੰਗਤ, ਇਹਨਾਂ ਨੇ ਆਟੇ ਦੀ ਜਿਹੜੀ ਉਹ ਗੱਲ ਕੀਤੀ ਸੀ, ਆਟਾ ਦੇਖੋ ਸਾਡੇ ਸ਼ਿਗਲੀਗਰ ਭਰਾ ਜਿਹੜੇ ਬਾਹਰ ਦੀ ਸਟੇਟਾਂ 'ਚ ਬੈਠੇ ਆ, ਸਾਨੂੰ ਵੀਡੀਓ ਪਾ ਕੇ ਦੱਸ ਰਹੇ ਨੇ, ਉਹ ਤੁਹਾਡਾ ਫਰਜ਼ ਬਣਦਾ ਟਰੱਕ ਭਰ ਕੇ ਭੇਜ ਦਿਓ, ਇਹ ਆਟਾ ਹੈ, ਵੇਚਣਾ ਥੋੜ੍ਹਾ ਹੈ। ਔਰ ਆਟਾ ਲੇਟੈਸਟ ਅੱਜ ਤਾਜ਼ਾ ਆਟਾ ਸੀ ਸਾਰਾ। ਔਰ ਇਹ ਹਰਮੀਤ ਸਿੰਘ ਨੂੰ ਆਪਣਾ ਚਾਹੀਦਾ ਸੀ ਸਿਸਟਮ। ਤੁਹਾਡੇ ਕੋਲ ਐਡਾ ਵੱਡਾ ਸਿਸਟਮ ਹੈ, ਤੁਸੀਂ ਵੀਡੀਓ ਪਾ ਰਹੇ ਹੋ ਬਣਾ ਕੇ। ਸਿਰਸਾ ਜੀ ਇਹ ਕੰਮ ਤਾਂ ਧਰਮ ਪ੍ਰਚਾਰ ਕਮੇਟੀਆਂ ਦਾ। ਸਾਡਾ ਗ੍ਰੰਥੀ ਸਿੰਘ ਆਪਣਾ ਨਾਂ ਪਾਵੇ,
ਉੱਥੇ ਕੋਈ ਸਾਵ ਸੂਰਤ ਦਾੜੀ ਆਵੇ ਸਾਹਮਣੇ ਉਹਨੂੰ ਆਪਣਾ ਪ੍ਰਚਾਰ ਕਰਿਓ। ਤੁਸੀਂ ਆਪਣਾ ਦਿੱਲੀ ਸੇ ਗੁਰਬੰਦ ਕਮੇਟੀ ਲਿਖ ਕੇ ਆਪਣੀ ਫੋਟੋ ਲਾ ਰਹੇ ਕਿ ਮੈਂ ਹੀ ਸਭ ਕੁਝ ਕਰ ਰਿਹਾ, ਮੈਂ ਹੀ ਸਭ ਕੁਝ ਕਰ ਰਿਹਾ। ਇੱਦਾਂ ਗੱਲ ਥੋੜ੍ਹਾ ਨਾ ਬਣਦੀ ਹੈ। ਉਹ ਸਾਡੇ ਧਰਮ ਪ੍ਰਚਾਰ ਦੇ ਜਿਹੜੇ ਹੈਗੇ, ਧਰਮ ਪ੍ਰਚਾਰ ਵਾਲੇ ਕੰਮ ਕਰਨ, ਜਿਹੜੇ ਕਮੇਟੀਆਂ ਦੇ ਜਿਹੜੇ ਅੰਦਰ ਬੈਠੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਕਮੇਟੀ ਸਾਡੇ 'ਤੇ ਵਿਸ਼ਵਾਸ ਕਰਦੀ ਹੈ। ਉਹ ਕੁੱਟੇ ਰਹਿੰਦੇ ਨੇ ਸਾਰੇ ਗ੍ਰੰਥੀ ਸਿੰਘ ਜਿਹੜੇ ਸੇਵਾਦਾਰ ਨੇ, ਉਹ ਉਹਨਾਂ ਨੂੰ ਕੋਈ ਖੁੱਲ੍ਹ ਦੇ ਦਿਓ, ਤੁਸੀਂ ਜਿਹੜਾ ਆਪਣਾ ਕੰਮ ਕਰਨਾ ਆਪਣਾ ਕੰਮ ਕਰੋ ਯਾਰ। ਪ੍ਰਧਾਨ ਜੀ ਇਹ ਗੱਲਾਂ ਤੁਹਾਡੇ ਵਾਸਤੇ ਵੀ ਹੈ, ਮਤਲਬ ਉਹਨਾਂ ਨੂੰ ਖੁੱਲ੍ਹ ਦਿਓ ਜਿਹੜੇ ਆਪਣੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਕੰਮ ਕਰਨ ਉਹ ਵੀ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਸਾਡੀ ਜਿਹੜੀ ਸੋਚ ਹੈਗੀ ਹੈ, ਪੰਥ ਨੂੰ ਪਿਆਰ ਕਰਨ ਵਾਲੇ ਲੋਕ ਆਪਾਂ। ਸੰਗਤ ਸਿੰਘ ਜੀ ਮੇਰੇ ਹਮੇਸ਼ਾ ਅਸੀਂ ਇਕੱਠੇ ਰਹਿ ਕੇ ਵਿਚਾਰਾਂ ਚੱਲਦੀਆਂ ਨੇ, ਹਾਲਾਂਕਿ ਸਾਡੇ ਹੋਰ ਵੀ ਸਾਥੀ ਨੇ, ਪਰ ਕਿਸੇ ਕਾਰਨਾਂ ਕਰਕੇ ਆਪਾਂ ਆ ਗਏ ਹਾਂ ਕਿ ਇਹਨੂੰ ਹਟਾਉਣਾ ਬਾਦਲਾਂ ਨੂੰ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਜਿਨ੍ਹਾਂ ਗੁਰੂ ਘਰ ਨੂੰ ਢਾਹ ਲਾਈ ਆ। ਹੁਣ ਇੱਕ ਨਵਾਂ ਕੰਮ ਉੱਥੇ ਦੇਖੋ ਉਹਨਾਂ ਨੂੰ ਦੇ ਰਹੇ, ਕਬਜ਼ਾ ਦੇ ਰਹੇ ਆ। ਜਿਹੜੇ ਆਪਣਾ ਜਿੱਥੇ ਉਹ ਮਿਸਲਾਂ ਜਿਹੜੇ ਪਿੱਛੇ ਰਹਿੰਦੀਆਂ ਹੁੰਦੀਆਂ ਸੀ ਸਾਰੀ ਉਹ ਨਿਕਲਿਆ, ਇਤਿਹਾਸ ਨਿਕਲਿਆ ਉੱਥੋਂ। ਇੱਕ ਨੌਨ ਸਿੱਖ ਵੀਰ ਆ ਕੇ ਸਾਰਾ ਸਮਝਾਉਣ ਡਿਆ, ਉਹਨੇ ਜਾ ਕੇ ਰਿਟ ਪਾਈ ਹੋਈ ਆ, ਉਹਨੇ ਸਾਰਾ ਆਪਣਾ ਸਿਸਟਮ ਕੀਤਾ ਹੋਇਆ। ਕਹਿਣ ਦਾ ਭਾਵ ਕਿ ਆਪਾਂ ਕਿੱਥੇ ਖੜੇ ਹਾਂ, ਕਿ ਆਪਣਾ ਸਿਰਫ ਸਾਨੂੰ ਮਲਾਈਆਂ ਖਾਣ ਦੀ ਆਦਤ ਪੈ ਗਈ ਆ ਵੀ ਆਪਣਾ ਪੈਸਾ ਇਕੱਠਾ ਕਰ, ਪੈਸਾ ਹੀ ਸਭ ਕੁਝ ਹੋਏਗਾ। ਨਹੀਂ, ਮੈਂ ਸਾਰਿਆਂ ਦਾ ਤੁਹਾਨੂੰ ਮੈਂ ਯਕੀਨ ਵੀ ਦਿਵਾਨਾ ਕਿ ਜੀ ਦੇਖੋ ਮੈਂ ਆਪਣਾ ਜ਼ੋਰ ਪੂਰਾ ਲਾ ਲਾਂਗਾ, ਬਾਕੀ ਸਤਿਗੁਰੂ ਨੇ ਕਰਨਾ ਜੋ ਕਰਨਾ। ਅਸੀਂ ਆਪਣਾ ਘਰ ਕੰਮ ਤੇ ਇਹ ਕਾਰਜ ਸਾਨੂੰ ਤੁਹਾਡੇ 'ਤੇ ਮਾਣ ਵੀ ਹੈ, ਤੁਹਾਡੇ ਪਰਿਵਾਰ 'ਤੇ ਵੀ ਮਾਣ ਹੈ। ਹਰਜੀਤ ਸਿੰਘ ਜੀ ਨੂੰ ਆਪਾਂ ਆਪਣਾ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ। ਸਾਡੇ ਆਪਣਾ ਬੰਟੀ ਵੀਰ ਜੀ ਬੈਠੇ ਨੇ, ਔਰ ਇਹ ਵੀ ਆਪਣਾ ਬਿਲਕੁਲ ਗੁਰਮਤ ਦੇ ਆਧਾਰ 'ਤੇ ਗੱਲ ਕਰਦੇ ਨੇ ਜੀ। ਸਾਡੀ ਸੋਚ ਹੀ ਉਹ, ਸਾਡੇ ਸਾਥੀ ਉਹੀ ਨੇ। ਅਸੀਂ ਕਈ ਸ਼ਰਾਬੀਆਂ ਨਾਲ ਨਹੀਂ ਬੈਠਦੇ, ਹਾਲਾਂਕਿ ਪਿਆਰ ਸਾਰਿਆਂ ਨਾਲ ਹੈਗਾ, ਪਰ ਜਦੋਂ ਸਾਡੀ ਜਿੱਥੇ ਪੰਥਕ ਸੋਚ ਚੱਲਦੀ, ਗੁਰ ਵਿਚਾਰ ਚੱਲਦੀ, ਅਸੀਂ ਉੱਥੇ ਗੱਲ ਕਰਦੇ ਹਾਂ। ਪਿਆਰ ਸਾਡੇ ਸਾਰੇ ਪਿਆਰ ਵਾਲੇ, ਭਾਵੇਂ ਕਿੱਦਾਂ ਵੀ ਹੈਗਾ। ਕਿਉਂਕਿ ਮੈਂ ਦੇਖਿਆ ਜਿਹੜੇ ਆਪਣਾ ਦੀਪ ਸਿੱਧੂ ਵਰਗੇ, ਉਹਨਾਂ ਦੇ ਅੰਦਰ ਵੀ ਸਿੱਖੀ ਹੈਗੀ ਬਹੁਤ ਜ਼ਿਆਦਾ। ਮਤਲਬ ਹੋਰ ਜਿਹੜੇ ਬੰਦੇ ਨੇ ਉਹਨਾਂ ਦੇ ਅੰਦਰ ਸਿੱਖੀ ਹੈਗੀ, ਦਰਦ ਹੈਗਾ, ਪਰ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਹੈਗਾ। ਪ੍ਰੇਰਿਤ ਕਰਨ ਦੀ ਲੋੜ ਹੈ, ਬਹੁਤ ਸਾਰੇ ਕੰਮ ਕਰਨੇ ਨੇ। ਅਸੀਂ ਜੀਕੇ ਸਾਹਿਬ ਤੁਹਾਨੂੰ ਬੇਨਤੀ ਵੀ ਕਰਾਂਗੇ, ਜੇ ਅਸੀਂ ਲੋੜ ਪਏਗੀ ਤਾਂ ਅਸੀਂ ਤੁਹਾਨੂੰ ਮੌਕੇ ਤੇ ਤੁਹਾਨੂੰ ਕਹਾਂਗੇ ਭਾਈ ਆ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਨੇ, ਵੀ ਤੂੰ ਉਹਨਾਂ ਕਾਰਜਾਂ ਨੂੰ ਕਰੋ। ਅਸੀਂ ਕੁਛ ਨਹੀਂ ਕਰ ਸਕਦੇ, ਪਰ ਉਹ ਮਤ ਦੇਗਾ, ਉਹ ਤੇ ਤੁਹਾਡੇ ਅੱਗੇ ਆਪਾਂ ਅੱਗੇ ਨੂੰ ਕਰ ਦੇਣੀ ਆ। ਤੁਸੀਂ ਕਰ ਦੋਗੇ ਤੇ ਵਾਹਵਾ, ਨਹੀਂ ਕਰੋਗੇ ਤਾਂ ਵੀ ਵਾਹਵਾ। ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਆਪਾਂ ਇੱਥੇ ਇਕੱਠੇ ਹੋਏ ਹਾਂ, ਔਰ ਆਪਾਂ ਪੂਰਾ ਜ਼ੋਰ ਲਾ ਕੇ ਦੇਖੋ ਭਾਈ, ਭਾਵੇਂ ਪਰਮਾਤਮਾ ਨੇ ਸਭ ਕੁਛ ਵਡਿਆਈਆਂ, ਸਭ ਹੱਥ ਵਡਿਆਈਆਂ ਜਿਸ ਭਾਵੇਂ ਦਿਸ ਦੇ, ਪਰ ਸਾਡਾ ਫਰਜ਼ ਬਣਦਾ ਜੇ ਇਹਨਾਂ ਨੂੰ ਹਟਾਉਣਾ ਹੈ, ਜੇ ਇਹੋ ਜਿਹੀ ਸੋਚ ਖਤਮ ਕਰਨੀ ਹੈ, ਜੇ ਇਹਦੇ ਥੱਲੇ ਲੱਗ ਕੇ ਚੱਲਣਾ, ਦਬ ਕੇ ਰਹਿਣਾ, ਤਾਂ ਫਿਰ ਤੁਸੀਂ ਆਪਣਾ ਪੜ੍ਹਿਆ ਲਿਖਿਆ ਆਪੇ ਵਿਚਾਰਨਾ। ਇਹ ਸਾਨੂੰ ਕੱਲੇ ਨੂੰ ਜਾ ਕੇ ਹਰ ਘਰ ਦੇ ਵਿੱਚ ਜਾ ਕੇ ਆਪਣਾ ਫਰਜ਼ ਸਮਝ ਕੇ ਕਿ ਆਪਾਂ ਬਾਦਲ ਨੂੰ ਹਟਾਉਣਾ। ਇਹ ਨਾ ਸੋਚੋ ਕਿ ਅਕਾਲੀ ਜਿਹੜੇ ਉਹੀ ਹੁੰਦੇ ਨੇ। ਜਿਹੜਾ ਅਕਾਲ ਪੁਰਖ ਨੂੰ ਮੰਨਦਾ ਉਹ ਅਕਾਲੀ ਹੈ। ਆਪਾਂ ਸਾਰੇ ਅਕਾਲੀ ਹਾਂ। ਮੈਂ ਤਾਂ ਹਰ ਪਾਸੇ ਆਪਣਾ ਨੀਲੀ ਪੱਗ ਵੀ ਬੰਨੀ ਦੀ, ਪੀਲੀ ਵੀ, ਸਾਰੀਆਂ ਪੱਗਾਂ ਬੰਨੀ ਦੀਆਂ ਨੇ। ਕਦੀ ਉਹ ਨਹੀਂ ਕਿ ਆਪਾਂ ਉਹ ਵਾਲੇ ਅਕਾਲੀ ਹੈਗੇ ਹਾਂ। ਅਕਾਲ ਪੁਰਖ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ 'ਤੇ ਆਪਣੀ ਆਸਥਾ ਹੈ, ਅਤੇ ਆਪਾਂ ਉਧਰ ਨੂੰ ਲੈ ਕੇ ਚੱਲੀਏ ਅਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਕਿ ਗੁਰਖੀ ਬਾਣੀ ਸਿਉ ਰੰਗ ਲਾਏ, ਗੁਰੂ ਕਿਰਪਾਲ ਹੋਏ ਦੁੱਖ ਜਾਏ। ਇਹ ਗੁਰੂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਾਨੂੰ ਤਾਕਤ ਦਿੰਦੀ ਹੈ। ਔਰ ਆਪਣੇ ਆਪ ਨੂੰ ਆਪਾਂ ਸਾਰੇ ਵੈਸੇ ਸਮਝਦਾਰ, ਮੈਂ ਹੁਣ ਸਮਝਾਉਣ ਉਹ ਗੱਲ ਨਹੀਂ ਹੈਗੀ, ਪਰ ਆਪਾਂ ਆਪਣਾ ਵਿਚਾਰ ਕਰੀਏ ਕਿ ਭਾਈ ਘਰ ਜਾ ਕੇ ਇਕੱਲੇ ਸਿੱਖ ਦੇ ਇਕੱਲੇ ਪਰਿਵਾਰ ਨੂੰ ਸਮਝਾਉਣਾ ਪਏਗਾ ਕਿ ਭਾਈ ਤੁਹਾਡੀਆਂ ਫੀਸਾਂ ਇੱਦਾਂ ਜਿਹੜੀਆਂ ਮਾਫ ਕਰਦੇ, ਤੁਹਾਨੂੰ ਲੇਲੜੀਆਂ ਕਢਾ ਦਿੰਦੇ, ਤੁਸੀਂ ਬਾਹਰ ਉੱਥੇ ਬੈਠੇ ਰਹਿੰਦੇ ਹੋ ਜਾ ਕੇ ਦਫ਼ਤਰ ਦੇ, ਤੁਹਾਨੂੰ ਇਹ ਪੁੱਛਦੇ ਨਹੀਂ ਹੈਗੇ। ਅਸੀਂ ਆਪਣੇ ਟਾਈਮ ਦੇ ਵਿੱਚ ਅਸੀਂ ਜਿਨ੍ਹਾਂ ਦੀ ਫੀਸਾਂ ਰਹਿੰਦੀਆਂ ਸੀ ਉਹਨੂੰ ਕਹਿੰਦਾ ਵੀ ਲੈਟਰ ਲਿਖ ਸਾਨੂੰ, ਅਸੀਂ ਤੇਰੀ ਫੀਸ ਮਾਫ ਕਰਦੇ, ਰਾਈਟ ਆਫ ਕਰਦੇ ਜਿਹਨੇ ਬੈਲੈਂਸ ਹੈ। ਅਸੀਂ ਆਪਣੇ ਸਮੇਂ 'ਚ ਬੁਲਾ ਕੇ ਉਹਨਾਂ ਰਾਈਟ ਆਫ ਕਿਹਾ ਕਿ ਸਿੱਖ ਪੰਥ ਦਾ ਪੈਸਾ ਹੈ, ਇਹ ਕਿਸੇ ਦਾ ਨਹੀਂ ਹੈਗਾ, ਇਹ ਸਿੱਖ ਪੰਥ ਦਾ ਸਿੱਖ ਨੂੰ ਮਿਲਣਾ ਚਾਹੀਦਾ। ਔਰ ਉਹਦਾ ਭਾਵੇਂ ਉਹਦੇ ਗੁਰੂ ਨਾਨਕ ਨਾਮ ਲੈਵਾ ਜਿਹੜੇ ਸਾਰੇ ਦਾ ਹੋਣਾ ਚਾਹੀਦਾ। ਬੜੇ ਕੰਮ ਕੀਤੇ ਨੇ, ਬੜੀਆਂ ਇਹੋ ਜਿਹੀਆਂ ਸੋਚਾਂ, ਬੜੀਆਂ ਮੱਲਾਂ ਮਾਰੀਆਂ ਨੇ, ਪਰ ਉਹ ਸਾਰੇ ਇਹਨੇ ਸ਼ਾਰਟ ਟਾਈਮ 'ਚ ਨਹੀਂ ਕਿਹਾ ਜਾ ਸਕਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਵਾਰੀ ਆਪਾਂ ਇਹਨਾਂ ਦੇ ਆਮਦ ਦੇ ਵਿੱਚ ਭਾਈ ਸਾਹਿਬ ਦੇ ਦੋਨੋਂ ਭਰਾਵਾਂ ਦੇ, ਔਰ ਨਾਲ ਸਾਡੇ ਆਪਣਾ ਚਮਨ ਵੀਰ ਜੀ, ਇਹਨਾਂ ਦਾ ਸਾਡੀ ਸਾਂਝ ਬਹੁਤ ਪਿਆਰੀ ਹੈ। ਔਰ ਅਸੀਂ ਪੰਥਕ ਸੋਚ ਵਾਲੇ ਹੈਗੇ ਸਾਰੇ। ਸਰਦਾਰ ਮਨਜੀਤ ਸਿੰਘ ਜੀ ਸਾਰੇ ਇਕੱਠੇ ਰਹੇ ਹਾਂ ਅਸੀਂ। ਅਤੇ ਇਹ ਆਪਣਾ ਰਾਣਾ ਜੀ ਸਾਡੇ ਵਿੱਚ ਆਏ ਨੇ। ਇਹਨਾਂ ਨੂੰ ਅਸੀਂ ਦੇਖਦੇ ਸੀ ਜਦੋਂ ਬਾਹਰ ਢੋਲਕੀ ਵਜਾਉਂਦੇ ਹੁੰਦੇ ਸੀ, ਪਰ ਉੱਥੇ ਆਪਣਾ ਪਰਿਕਰਮਾ ਦੇ ਵਿੱਚ ਮਹਾਰਾਜ ਨੇ ਇਹਨਾਂ ਕੋਈ ਸੇਵਾ ਲਈ, ਕਿਉਂਕਿ ਤਿਸ ਗੁਰ ਕੋ ਸਦ ਬਲਿਹਾਰ ਨੇ ਜਿਨ੍ਹਾਂ ਸੇਵਾ ਬਣਤ ਬਣਾਈ, ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਗੁਰੂ ਸਾਹਿਬ ਫਿਰ ਆਪ ਸੰਗ ਸਹਾਈ ਹੁੰਦੇ ਨੇ। ਸੇਵਾ ਇਹ ਜਿਹੜੀ ਹੈ ਉੱਤਮ ਹੈਗੀ, ਦੱਸੀ ਗਈ ਹੈ ਸਿੱਖ ਪੰਥ ਦੇ ਵਿੱਚ, ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਉਹ ਸੇਵਾ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ। ਤੁਸੀਂ ਘਰ ਜਾ ਕੇ ਲੋਕਾਂ ਨੂੰ ਕਹੋਗੇ ਭਾਈ ਇਸ ਵਾਰੀ ਆਪਾਂ ਹਰਜੀਤ ਸਿੰਘ ਜੀ ਨੂੰ ਲੈ ਕੇ ਆਉਣਾ, ਅਤੇ ਉਹ ਵੀ ਸੇਵਾ ਹੈ।
ਆਪਣੀ ਸੇਵਾ ਨੂੰ ਆਪਾਂ ਨਿਭਾਉਣਾ। ਸੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਇੱਕ ਆਪਾਂ ਜਕਾਰਾ ਛੱਡਦੇ ਹਾਂ। ਔਰ ਹਾਂ, ਬੜੀ ਵੱਡੀ ਗੱਲ ਹੈ, ਮੈਂ ਕਹਿਣਾ ਭੁੱਲ ਗਿਆ, ਸਾਡੇ ਲੱਕੀ ਵੀਰ ਜੀ ਬਲਵਿੰਦਰ ਸਿੰਘ ਜੀ ਔਰ ਜਥੇਦਾਰ ਮਾਨ ਸਿੰਘ ਜੀ, ਇਹਨਾਂ ਨੇ ਜੋ ਆਪਣਾ ਆਪਣੇ ਇਲਾਕੇ ਦੇ ਵਿੱਚ ਆਪਣਾ ਆਕਸੀਜਨ ਦਾ ਲੰਗਰ ਲਗਾਇਆ, ਉਹ ਬੜਾ ਸ਼ਲਾਘਾਯੋਗ ਕੰਮ ਕੀਤਾ ਇਹਨਾਂ ਨੇ। ਔਰ ਕਾਲਕਾ ਜੀ ਦਾ ਨਾਮ ਵੀ ਉੱਚਾ ਕੀਤਾ ਇਹਨਾਂ ਦੇ। ਆਪਣਾ ਅਰਜੀਤ ਸਿੰਘ ਹੋਣਾ ਨੇ ਮਿਲ ਕੇ ਸਾਰਿਆਂ ਨੇ ਇਹ ਜੋ ਚਲਾਇਆ ਸੀਗਾ, ਉਹਦੇ 'ਚ ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ। ਵੀ ਸੇਵਾ ਕਰਨੀ ਕਿਤੇ ਵੀ ਜਾ ਕੇ ਕਰ ਸਕਦੇ ਹਾਂ, ਜ਼ਰੂਰੀ ਨਹੀਂ ਕਿ ਪਦ 'ਤੇ ਰਹਿ ਕੇ ਸੇਵਾ ਕਰ ਸਕਦੇ ਹਾਂ, ਉੱਦਾਂ ਵੀ ਸੇਵਾ ਕਰ ਸਕਦੇ ਹਾਂ। ਤੋ ਇਹ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ। ਔਰ ਇਹ ਬਹੁਤ ਮਿਹਨਤ ਕਰ ਰਹੇ ਨੇ ਇਸ ਪਾਰਟੀ ਵਾਸਤੇ। ਔਰ ਮਨਜੀਤ ਸਿੰਘ ਜੀ ਸਾਡੇ ਅਧਿਆਕਸ਼ ਨੇ ਜਿਹੜੇ ਇੱਥੋਂ ਦੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹ ਵੀ ਸਮੇਂ ਸਮੇਂ ਸਿਰ ਗੱਲ ਕਰਦੇ। ਕੋਛੜ ਸਾਹਿਬ ਨਾਮ ਲਾਂਗਾ ਤਾਂ ਕੰਮ ਖਰਾਬ ਹੋ ਜਾਏਗਾ। ਪ੍ਰਧਾਨ ਸਾਹਿਬ ਬੈਠੇ ਸੁਰਜੀਤ ਸਿੰਘ ਜੀ ਸਾਡੇ ਸਾਹਮਣੇ, ਔਰ ਗਿਰੀਨਗਰ ਦੇ ਪ੍ਰਧਾਨ ਸਾਹਿਬ ਤਰਿੰਦਰ ਸਿੰਘ ਜੀ, ਹਾਂਜੀ, ਤੁਗਲਕਾਬਾਦ ਐਕਸਟੈਂਸ਼ਨ ਤੁਗਲਕਾਬਾਦ ਮੇਨ ਰੋਡ ਤੋਂ ਮਨਜੀਤ ਸਿੰਘ ਜੀ ਵੀ ਆਏ ਸੀ। ਉਹ ਮੇਰੇ ਖਿਆਲ ਚਲੇ ਗਏ, ਉਹਨਾਂ ਨੂੰ ਕੰਮ ਜਾਣਾ ਸੀ ਕੋਈ ਗੁਰਦੁਆਰਾ ਕਿਹੜਾ ਗੁਰਦੁਆਰਾ ਜੀਕੇ ਤੋਂ, GK2 ਤੋਂ, ਹਾਂ ਗੁਰਦੁਆਰਾ ਗੁਰੂ ਸਿੰਘ ਸਾਹਿਬ GK2 ਤੋਂ ਵੀ ਆਏ, ਤੁਗਲਕਾਬਾਦ ਐਕਸਟੈਂਸ਼ਨ ਤੋਂ ਵੀ, ਤੁਗਲਕਾਬਾਦ ਮੇਨ ਰੋਡ। ਬਾਬਾ ਫਤਿਹ ਸਿੰਘ ਜੀ 13 ਨੰਬਰ ਤੋਂ, ਗਲੀ ਨੰਬਰ 7 ਸਾਡੇ ਬੂਟਾ ਸਿੰਘ ਜੀ ਜੋ ਆਪਣਾ ਪਹਿਲਾਂ ਹੀ ਇੱਥੇ ਆਲਰੇਡੀ ਇਹਨਾਂ ਦੇ ਨਾਲ ਲੱਗੇ ਹੋਏ ਸਨ, ਮੈਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ। ਗਲੀ ਨੰਬਰ 1 ਤੋਂ ਆਏ ਨੇ ਗੁਰਦੁਆਰਾ ਸਾਹਿਬ ਤੋਂ। ਆਟਾ ਜਾ ਕੇ ਇੱਥੇ ਪੂਰਾ ਪਿੱਛੇ ਲੱਗੇ ਰਹੇ। ਇਹ ਅਚਾਨਕ ਹੀ ਗੱਲ ਹੋਈ ਇਹਨਾਂ ਦੀ ਮੇਰਾ ਖਿਆਲ। ਸੋ ਇਹ ਅੱਜ ਦੇ ਨੌਜਵਾਨਾਂ ਦਾ ਸਾਨੂੰ ਮਾਣ ਕਰਨਾ ਚਾਹੀਦਾ, ਕਿਉਂਕਿ ਨੌਜਵਾਨ ਜਾਗਦਾ ਸਾਰਾ ਕਿ ਜਿਹੜਾ ਗੁਰੂ ਘਰ ਦੀ ਮਾਇਆ ਨੂੰ ਜਿਹੜਾ ਹੱਥ ਪਾ ਰਿਹਾ ਨਾ, ਉਹਨੂੰ ਛੱਡਦੇ ਨਹੀਂ ਗਏ ਛੇਤੀ। ਇਹ ਫੜ ਲੈਂਦੇ ਨੇ ਵੀ ਕਿੱਥੇ ਜਾ ਰਿਹਾ, ਕੀ ਕਰ ਰਿਹਾ, ਕਿ ਸਿੱਖ ਪੰਥ ਨੂੰ ਕਿਉਂ ਨਹੀਂ ਮਿਲ ਰਿਹਾ। ਇਹੀ ਆਟਾ ਸਾਡੇ ਡਿਸਟ੍ਰੀਬਿਊਟ ਹੋ ਸਕਦਾ ਪੂਰੀ ਦਿੱਲੀ ਦੇ ਵਿੱਚ, ਜੇ ਆਪਾਂ ਆਪਣੇ ਗੁਰਦੁਆਰਿਆਂ ਨੂੰ ਅਟੈਚ ਕਰ ਲੈਂਦੇ, ਜਿੱਥੋਂ ਤੁਸੀਂ ਜਾ ਕੇ ਵੋਟਾਂ ਮੰਗਣ ਜਾਂਦੇ ਹੋ। ਜੇ ਉਹਨਾਂ ਨੂੰ ਤੁਸੀਂ ਕਰ ਲੈਂਦੇ ਤਾਂ ਮੇਰਾ ਖਿਆਲ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ, ਔਰ ਸਾਰਿਆਂ ਦੇ ਘਰ ਪਹੁੰਚ ਜਾਂਦਾ। ਬਹੁਤ ਕੁਝ ਕਰ ਸਕਦੇ ਸੀ, ਪਰ ਇਹਨਾਂ ਨੇ ਕਿਤੇ ਖਬਰ ਹੀ ਨਹੀਂ। ਇੱਕ ਚੀਜ਼ ਯਾਦ ਰੱਖਿਓ ਜਥੇਦਾਰ ਸਾਹਿਬ ਮਨਜੀਤ ਸਿੰਘ ਜੀ, ਕਿ ਮਤਲਬ ਤੁਸੀਂ ਕਿਸੇ ਨਾਲ ਕੋਈ ਵੀ ਮੈਂਬਰ ਹੋਏ, ਪਰ ਤੁਸੀਂ ਜਦੋਂ ਪ੍ਰਧਾਨਗੀ ਤੇ ਬੈਠੋ ਜਾਂ ਸਕੱਤਰੀ ਤੇ ਕਿਤੇ ਵੀ ਬੈਠੋ ਇਸ ਇਲਾਕੇ ਤੋਂ, ਤੇ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖੋ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਨੂੰ ਯਾਦ ਰੱਖੋ। ਉਹਨਾਂ ਨੇ ਸਰਬਤ ਦੇ ਭਲੇ ਦੀ ਗੱਲ ਕੀਤੀ ਸਾਰਿਆਂ ਦਾ। ਔਰ ਸਾਡੇ ਬੜੇ ਪਿਆਰ ਵਾਲੇ ਸਾਡਾ ਆਪਣਾ ਸਾਹ ਇੰਦਰਜੀਤ ਸਿੰਘ ਜੀ ਸਾਡੇ ਪਿੱਛੇ ਖੜੇ ਨੇ, ਧਿਆਨ ਨਹੀਂ ਆਇਆ, ਮਾਫੀ ਚਾਹਨਾ। ਇਹਨਾਂ ਦੇ ਨਾਲ ਹੀ ਪੂਰੀ ਸਪੋਰਟ ਕਰਨੀ, ਅਸੀਂ ਉੱਥੇ ਹੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ। ਤੇ ਔਰ ਸਾਡੇ ਬਾਲਾ ਪ੍ਰੀਤਮ ਦੇ ਆਪਣਾ ਭਾਈ ਸਾਹਿਬ ਜੀ ਬੈਠੇ ਨੇ ਸਾਹਮਣੇ, ਬਲਜੀਤ ਸਿੰਘ ਜੀ, ਇਹਨਾਂ ਨਾਲ ਸਾਡਾ ਸ਼ੁਰੂ ਤੋਂ ਪਿਆਰ ਰਿਹਾ। ਭਾਈ ਸਾਹਿਬ ਸਾਹਮਣੇ ਬੈਠੇ ਨਾਲ ਹੀ ਇਹਨਾਂ ਦੇ, ਸਾਰੇ ਬੜੇ ਪਿਆਰ ਵਾਲੇ ਨੇ, ਸਿੰਘ ਨੇ, ਔਰ ਖੁਰਾਨਾ ਜੀ। ਔਰ ਇਹ ਸਾਰੇ ਮਤਲਬ ਇਹਨਾਂ ਦੀ ਸੇਵਾ ਉੱਦਾਂ ਹੀ ਚੱਲਦੀ ਪਈ ਆ, ਮਤਲਬ ਉੱਦਾਂ ਹੀ ਸੇਵਾ ਕਰਦੇ ਆ ਰਹੇ ਸ਼ੁਰੂ ਤੋਂ। ਅਸੀਂ ਦੇਖਿਆ ਇਹਨਾਂ ਨੂੰ। ਅਸੀਂ ਜਦੋਂ ਜਥੇਬੰਦੀ ਬਾਬਾ ਦੀਪ ਸਿੰਘ ਜੀ ਦੇ, ਅੱਜ ਜੇ ਮੈਂ ਵੈਸੇ ਦੱਸਦਾ, ਮੈਂ ਤੁਹਾਨੂੰ ਬਾਬਾ ਦੀਪ ਸਿੰਘ ਸੇਵਕ ਜਥੇ ਕਰਕੇ ਆਈਆਂ ਸੀ। ਸਾਡੇ ਮੁਖਤਿਆਰ ਸਿੰਘ ਜੀ ਉਹਨਾਂ ਦੇ ਫਾਦਰ ਨੇ ਸਾਨੂੰ ਕਿਰਪਾ ਕੀਤੀ ਕਿ ਆਪਣਾ ਸਾਨੂੰ ਨੌਜਵਾਨਾਂ ਨੂੰ ਉਹਨੇ ਪੁਸ਼ ਕੀਤਾ, ਸੇਵਾ ਸਿੰਘ ਜੀ ਨੇ, ਔਰ ਸਾਨੂੰ ਜਥੇਬੰਦੀ ਬਣਾਈ। ਰਾਜੀਵ ਗਾਂਧੀ ਜਦੋਂ ਮਰਿਆ, ਸਾਨੂੰ ਅਸੀਂ ਬਾਹਰ ਘੁੰਮੇ, ਗੇੜਾ ਲਾਇਆ ਪੂਰਾ। ਸਾਨੂੰ ਪੁਲਿਸ ਵਾਲੇ ਕਹਿੰਦੇ ਬਹਿ ਜਾਓ ਘਰ, ਤੁਸੀਂ ਜਾ ਕੇ ਕੁਝ ਨਹੀਂ ਹੋਏਗਾ। ਅਸੀਂ ਕਿਹਾ ਜਾਓ ਬੈਠੋ ਤੁਸੀਂ ਆਪਣੇ ਘਰ, ਅਸੀਂ ਆਪਣੇ ਆਪ ਦੇਖ ਲਾਂਗੇ। ਅਸੀਂ ਪੂਰਾ ਰਾਊਂਡ ਕਾਲਕਾ ਜੀ ਦੇ ਲਿਆ ਸੀ। ਸਰਦਾਰ ਸੇਵਾ ਸਿੰਘ ਜੀ ਉਹ ਆਪਣੀਆਂ ਗੰਨਾਂ ਲੈ ਕੇ ਨਾਲ ਸਾਡੇ ਚੱਲੇ, ਅਸੀਂ ਨੌਜਵਾਨ ਸਾਰੇ ਉਹਨਾਂ ਦੇ ਨਾਲ ਚੱਲੇ। ਮਤਲਬ ਸਾਨੂੰ ਇਹ ਹੌਸਲੇ ਦਿੱਤੇ ਸਾਡੇ ਬਜ਼ੁਰਗਾਂ ਨੇ, ਤੇ ਆਪਣੇ ਬਜ਼ੁਰਗਾਂ ਦੀ ਗੱਲ ਵੀ ਮੰਨਣੀ ਹੈ। ਔਰ ਨੌਜਵਾਨਾਂ ਦਾ ਕੰਮ ਹੈ ਕਿ ਆਪਣਾ ਹੋਸ਼ ਨਾ ਚੱਲੋ, ਕਿਸੇ ਨੂੰ ਕੋਈ ਮਾੜਾ ਨਾ ਕਹੋ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਉਹ ਬੜਾ ਮਾੜਾ ਹੈ, ਤੇ ਇਸ ਚੀਜ਼ ਦਾ ਧਿਆਨ ਰੱਖੋ। ਮੇਰੇ ਆਪਣਾ ਮਨਪ੍ਰੀਤ ਗੋਲਡੀ ਜੀ ਜਿਨ੍ਹਾਂ ਨੇ ਮੇਰੇ ਨਾਲ ਪੂਰਾ ਆਪਣਾ ਕੰਮ ਕੀਤਾ, ਉਸ ਵਕਤ ਵੀ MLA, ਤੁਸੀਂ ਸਾਰੇ ਜਾਣਦੇ, ਕਿਸੇ ਗੱਲ ਦੇ ਹੁਣ ਆਪਣਾ ਜਾਣਨ ਤੇ ਕਿਸੇ ਦੇ ਮੁਹਤਾਜ ਨਹੀਂ ਰਹਿ ਗਏ ਹੁਣੇ, ਬਹੁਤ ਇਹਨਾਂ ਨੇ ਕੰਮ ਕੀਤਾ। ਹਰਜਿੰਦਰ ਸਿੰਘ ਕਾਲਾ ਜੀ ਸਾਡੇ ਸਾਹਮਣੇ ਬੈਠੇ ਨੇ, ਸਾਰੇ ਵੀਰ ਬੈਠੇ ਨੇ। ਮੈਂ ਹੁਣ ਨਾਮ ਲਾਂਗਾ ਸਾਡੇ ਜਥੇ ਦਾ, ਸਾਡੇ ਉਸਤਾਦ ਜੀ ਇਕਬਾਲ ਸਿੰਘ ਜੀ, ਇਹਨਾਂ ਦੇ ਬੇਟੇ ਆਪਣਾ ਬ੍ਰਦਰ ਜਗਜੀਤ ਸਿੰਘ ਜੀ ਇੱਥੇ ਬੈਠੇ, ਉਹ ਬੈਠੇ ਸਾਹਮਣੇ। ਇੱਧਰ ਉਸਤਾਦ ਜੀ ਤੁਸੀਂ ਅੱਗੇ ਆ ਜਾਓ। ਤੇ ਇਹ ਸਾਰੇ ਕਲਸੀ ਜੀ ਐਕਸਟੈਂਸ਼ਨ ਦੀ ਪੂਰੀ ਟੀਮ ਬੈਠੀ ਹੈ, ਯੂਥ ਵਿੰਗ। ਤੋ ਮੈਂ ਸਾਰਿਆਂ ਦਾ ਬੜੇ ਆਪਣਾ ਨਿੰਦੀ ਵੀਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਆਪਣਾ ਕਿ ਹਰਜੀਤ ਸਿੰਘ ਜੀ ਦੇ ਨਾਲ ਲੱਗੇ ਹੋਏ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰੇ ਕਿ ਆਪਾਂ ਚੜ੍ਹਦੀ ਕਲਾ 'ਚ ਜਿੱਤ ਪ੍ਰਾਪਤ ਕਰੀਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ। ਆਪਾਂ ਹੁਣ ਇੱਕ ਨਾ ਜਕਾਰਾ ਲਾਈਏ, ਤੇ ਜ਼ੋਰ ਨਾਲ, ਮਤਲਬ ਉਹ ਜਕਾਰਾ ਇਦਾਂ ਦਾ ਹੋਵੇ ਕਿ ਆਪਣਾ ਉਹਦੇ ਕੰਨ 'ਚ ਗੱਲ ਪਹੁੰਚ ਜਾਏ। ਬੋਲੇ ਸੋ ਨਿਹਾਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ